ਧੰਨ ਵਾਹਿਗੁਰੂ। ਤੂੰ ਮੇਰੋ ਮੇਰ ਪਰਬਤ ਸੁਆਮੀ, ਤੂੰ ਮੇਰੋ ਮੇਰ ਪਰਬਤ ਸੁਆਮੀ। ਓਟ ਗਹੀ ਮੈਂ ਤੇਰੀ, ਤੂੰ ਮੇਰੋ ਮੇਰ ਪਰਬਤ ਸੁਆਮੀ। ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਨਾ ਤੁਮ ਡੋਲੋ ਨਾ ਹਮ ਗਿਰਤੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਜਪੋ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਦ ਆਵੈ ਤਾ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਹਜ਼ੂਰੇ ਅਨਵਰ ਮੌਲਾਏ ਕਾਇਨਾਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਆਖੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਸਾਹਿਬ ਜੀ ਦੇ ਪਾਵਨ ਦਰ ਪਾਵਨ ਸਥਾਨ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਪ੍ਰਤੱਖ ਦਰਸ਼ਨ ਗੁਰਤਾ ਗੱਦੀ ਨਸ਼ੀਨ ਸ਼ਬਦ ਗੁਰੂ ਬਾਣੀ ਕੇ ਬੋਹਿਤ ਕਲਯੁਗਾ ਜਹਾਜ ਸ਼ਬਦਾ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਾਤਸ਼ਾਹ ਜੀ ਦੀ ਪਾਵਨ ਚਰਨ ਹਾਜ਼ਰ ਹਜ਼ੂਰੀ ਦੇ ਅੰਦਰ ਜੁੜ ਮਿਲ ਕਰਕੇ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਗੁਰੂ ਜੀ ਕਾ ਖਾਸ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਡਭਾਗੇ ਹਾਂ ਜੋ ਹਜ਼ੂਰ ਪਾਤਸ਼ਾਹ ਜੀ ਨੇ ਇਨ੍ਹਾਂ ਪਾਵਨ ਸਥਾਨਾਂ ਦੇ ਉੱਪਰ ਬੈਠ ਕਰਕੇ ਸਤਿਗੁਰੂ ਜੀ ਨੇ ਆਪਣੀ ਅੰਮ੍ਰਿਤ ਬਾਣੀ ਦੇ ਕੀਰਤਨ ਔਰ ਇਸ ਵੇਲੇ ਵਿਚਾਰ ਕਰਨ ਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਸਮੱਤ ਦਿੱਤੀ ਹੈ। ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ, ਆਪ ਜੀ ਨੇ ਕਿਰਪਾ ਕਰਨੀ। ਜਿਸ ਤਰ੍ਹਾਂ ਛੱਜੂ ਝੀਵਰ ਪਾਸੋਂ ਆਪ ਜੀ ਨੇ ਬੁਲਾਇਆ, ਜਿਸ ਤਰ੍ਹਾਂ ਆਪ ਜੀ ਨੇ ਮਿਹਰ ਕੀਤੀ, ਰਹਿਮਤ ਕੀਤੀ,
ਉਸ ਨੂੰ ਤ੍ਰੈ ਕਾਲ ਦੀ ਸੋਝੀ ਬਖਸ਼ਿਸ਼ ਕਰ ਦਿੱਤੀ। ਪਾਤਸ਼ਾਹ ਕਿਰਪਾ ਕਰਿਓ ਇਸ ਵੇਲੇ ਉਹ ਹੀ ਛੜੀ ਦੀ ਰਹਿਮਤ ਦੇ ਕਰਕੇ, ਆਪਣੀ ਦਇਆ ਦ੍ਰਿਸ਼ਟੀ ਕਰਕੇ ਪਾਤਸ਼ਾਹ ਸਾਨੂੰ ਵੀ ਛੱਜੂ ਝੀਰ ਵਾਂਗੂ ਆਪਣੇ ਗੁਣ ਗਾਉਣ ਦੀ, ਬੋਲਣ ਦੀ ਮਤ ਬੁੱਧ ਸਮੱਤ ਬਖਸ਼ ਦੇਣੀ ਜੀ। ਮਹਾਰਾਜ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਾਵਲ ਰਾਗ ਦੀ ਪੰਕਤੀ ਦੇ ਦਰਸ਼ਨ ਹੋ ਰਹੇ ਆ। ਮਹਾਰਾਜ ਆਖਦੇ ਆ, ਅੰਦਲੇ ਤ੍ਰਿਭਵਨ ਸੂਝਿਆ ਗੁਰ ਭੇਟ ਪੁਨੀਤਾ। ਸਤਿਗੁਰਾਂ ਦੀ ਇਹ ਮਹਾਨ ਪੰਕਤੀ ਦੇ ਸਾਹਮਣੇ ਤੁਹਾਨੂੰ ਵੀ ਦਰਸ਼ਨ ਹੋ ਰਹੇ ਹੋਣਗੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਸ ਪਾਵਨ ਸ਼ਬਦ ਦੇ ਅੰਦਰ ਕਥਨ ਕਰਦੇ ਆ। ਮਹਾਰਾਜ ਜੀ ਕਹਿਣ ਲੱਗੇ, ਆਪਣੀ ਸਿਆਣਪ, ਆਪਣਾ ਅਹੁਦਾ, ਆਪਣੀ ਲਿਆਕਤ, ਆਪਣੇ ਰੂਪ ਰੰਗ ਦਾ ਹੰਕਾਰ ਤਿਆਗ ਦੇਈਂ। ਜਦੋਂ ਤੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਆ ਗਿਆ, ਕਿਉਂਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਉਹ ਕਲਾ ਤੇ ਕਿਰਪਾ ਵਾਪਰਦੀ ਹੈ ਜਿੱਥੇ ਅੰਧਲਿਆਂ ਨੂੰ ਦੇਖਣ ਲੱਗ ਪੈਂਦਾ ਹੈ, ਜਿੱਥੇ ਬੋਲੇ ਬੋਲਣ ਲੱਗ ਪੈਂਦੇ ਆ, ਸੁਣਨ ਲੱਗ ਪੈਂਦੇ ਆ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮਹਾਰਾਜ ਸਾਹਿਬ ਕਹਿਣ ਲੱਗੇ, ਆਓ ਤੁਹਾਨੂੰ ਸਾਧੂਆਂ ਦੇ ਸੰਗ ਦੀ, ਨਾਮ ਰੰਗ ਦੀ ਮਹਿਮਾ ਸਰਵਣ ਕਰਾਈਏ, ਤਾਂ ਜੋ ਤੁਹਾਡੇ ਇਸ ਮਨੁੱਖਾ ਜੀਵਨ ਨੂੰ ਕੁਝ ਰੰਗ ਮਿਲ ਸਕੇ, ਆਨੰਦ ਮਿਲ ਸਕੇ। ਆਓ ਸਾਹਿਬ ਅਨਵਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਰੱਬੀ ਦਇਆ ਸਦਕਾ ਕੁਝ ਸਮਾਂ ਰਲ ਮਿਲ ਕਰਕੇ ਕਥਾ ਕਹਾਣੀ, ਵਿਚਾਰ, ਗੁਰ ਇਤਿਹਾਸ ਰਲ ਮਿਲ ਕਰਕੇ ਸਾਂਝ ਪਾਉਣਾ ਕਰੀਏ। ਸਾਹਿਬ ਜੀ ਕਿਰਪਾ ਕਰਕੇ ਆਪ ਹੀ ਕਥਾ ਵਿਚਾਰ ਕਰਵਾ ਲੈਣ। ਆਪ ਜਿਤਨੀ ਸੰਗਤ ਜੁੜ ਮਿਲ ਕਰਕੇ ਬੈਠੇ ਹੋ, ਆਪਣੀ ਹਾਜ਼ਰੀ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਉਂਦਿਆਂ ਔਰ ਅਸੀਸ ਬਖਸ਼ਦਿਆਂ ਬੜੇ ਅਦਬ ਪਿਆਰ ਸਹਿਤ ਫਤਿਹ ਗਜਾਓ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਦਇਆ ਹੈ, ਕਿਰਪਾ ਹੈ। ਖੈਰ ਜਿਹੜੀ ਸੰਗਤ ਇੱਥੇ ਰੂਟੀਨ ਵਾਈਜ਼ ਆਉਂਦੀ ਏ, ਜਿਹੜੇ ਸੰਗਤ ਇੱਥੋਂ ਦੇ ਦਿਦਾਰੇ ਕਰਦੇ, ਜਿਨ੍ਹਾਂ ਨੂੰ ਇਸ ਘਰ ਵਿੱਚੋਂ ਬੜਾ ਕੁਝ ਮਿਲਿਆ ਤੇ ਮਿਲਦਾ ਰਹਿੰਦਾ, ਉਹਨਾਂ ਨੂੰ ਇਸ ਘਰ ਦੇ ਆਨੰਦ ਦਾ, ਰੌਣਕਾਂ ਦਾ ਪਤਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਤੋਂ ਜਦੋਂ ਪ੍ਰੇਮ ਤੇ ਭਾਵਨਾ ਦੇ ਨਾਲ ਮੰਗ ਲਈਏ ਨਾ ਕੁਝ, ਯਾਦ ਰੱਖਿਓ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਲੁਕੋ ਕੇ ਕੁਝ ਨਹੀਂ ਰੱਖਦੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਿੱਖ ਦੇ ਵਾਸਤੇ ਭੰਡਾਰੇ ਖੋਲ ਦਿੰਦੇ ਆ, ਰਹਿਮਤਾਂ ਕਰ ਦਿੰਦੇ ਆ, ਤੇ ਸਿੱਖ ਨੂੰ ਉਹਦੇ ਜ਼ੁਬਾਨੋਂ ਮੰਗੀ ਹੋਈ ਦਾਤ ਉਹਦੀ ਝੋਲੀ ਦੇ ਵਿੱਚ ਪਾ ਦਿੰਦੇ ਆ ਮਹਾਰਾਜ ਸਾਹਿਬ। ਹੁਣ ਇਸ ਗੱਲ ਨੂੰ ਸਿਰਫ ਉਹ ਸਮਝ ਸਕਦਾ ਹੈ ਜਿਹਦਾ ਭਰੋਸਾ ਗੁਰੂ ਸਾਹਿਬ ਤੇ, ਜਾਂ ਫਿਰ ਉਹ ਸਮਝ ਸਕਦਾ ਜਿਸ ਦੇ ਨਾਲ ਇਹ ਕਲਾ ਵਾਪਰੀ ਹੋਵੇ, ਜਿਹਨੂੰ ਮਹਾਰਾਜ ਸਾਹਿਬ ਨੇ ਉਹ ਦਇਆ ਕਰਕੇ ਉਹ ਸਾਰਾ ਕੁਝ ਦਿੱਤਾ ਹੋਵੇ। ਮੇਰਾ ਸੁਭਾਅ ਹੈ ਵੀ ਜਦੋਂ ਕਿਤੇ ਆਪਾਂ, ਗੁਰੂ ਸਾਹਿਬ ਨੇ ਸੇਵਾ ਹੀ ਇਦਾਂ ਦੀ ਦਿੱਤੀ ਹੈ ਵੀ ਰੋਜ਼ ਦਾ ਸਾਡਾ ਸਫਰੀ ਕੰਮ ਹੈ। ਇੱਕ ਹਿਸਾਬ ਦੇ ਅਸੀਂ ਟਰੈਵਲਰ ਹੀ ਹਾਂ ਵੀ ਸਾਰਾ ਦਿਨ ਟਰੈਵਲ ਕਰੀਦਾ ਹੈ। ਸਵੇਰੇ ਮੈਂ ਨਵਾਂ ਸ਼ਹਿਰ ਸੀ, ਉੱਥੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕੀਤੀ, ਹੁਣ ਇੱਥੇ ਆ। ਤੇ ਜਿੰਨਾ ਸਮਾਂ ਹੋ ਸਕੇ ਪਤਾ ਹੁੰਦਾ ਵੀ ਇਸ ਸਥਾਨ ਤੇ, ਇਸ ਸ਼ਹਿਰ ਦੇ ਵਿੱਚ, ਇਸ ਰਾਹ ਦੇ ਉੱਪਰ ਇਹ ਸਥਾਨ ਹੈ, ਤੇ ਉੱਥੋਂ ਫਿਰ ਦਰਸ਼ਨ ਕਰਕੇ ਲੰਘੀਦਾ। ਤੇ ਫਿਰ ਕਥਾਵਾਚਕ ਬਣ ਕੇ ਜਾਂ ਗਿਆਨੀ ਬਣ ਕੇ ਜਾਂ ਵਿਦਵਾਨ ਬਣ ਕੇ ਨਹੀਂ ਗੁਰੂ ਦੇ ਦਰਸ਼ਨ ਕਰੀਦੇ, ਇੱਕ ਭਾਵਨਾ ਸਹਿਤ ਹੋ ਕੇ ਸਿੱਖ ਵਾਂਗੂ ਦਰਸ਼ਨ ਕਰੀਦੇ ਆ। ਕੁਝ ਮਹੀਨੇ ਪਹਿਲਾਂ ਮੈਂ ਇੱਧਰੋਂ ਲੰਘ ਰਿਹਾ ਸਾਂ ਤੇ ਅੱਗੇ ਪੌਂਟਾ ਸਾਹਿਬ ਜਾਣਾ ਸੀ। ਮੈਂ ਇਸ ਕਰਕੇ ਬੇਨਤੀ ਕਰਨ ਲੱਗਾ, ਫਿਰ ਆਪਾਂ ਆਪਣੀ ਵਿਚਾਰ ਤੇ ਆਵਾਂਗੇ। ਇਸੇ ਦਰ ਤੇ ਖਲੋ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਆਖਿਆ, ਮਹਾਰਾਜ ਕਦੇ ਸਮਾਂ ਬਣੇ ਤੇ ਇਸ ਸਥਾਨ ਤੇ ਵੀ ਕਥਾ ਕਰੀਏ, ਤੁਹਾਡੇ ਚਰਨਾਂ ਦੀ ਹਾਜ਼ਰੀ ਭਰੀਏ। ਤੇ ਮਨ ਵਿੱਚ ਖਿਆਲ ਆਈ ਜਾਂਦਾ
ਵੀ ਆਪਾਂ ਹਾਜ਼ਰੀ ਭਰਨ ਵਾਸਤੇ ਸੰਪਰਕ ਕਿਹਦੇ ਨਾਲ ਕਰੀਏ, ਕਿਉਂਕਿ ਹਰੇਕ ਥਾਂ ਦਾ ਇੱਕ ਨਿਜ਼ਾਮ ਹੁੰਦਾ ਹੈ, ਪ੍ਰਬੰਧ ਹੁੰਦਾ, ਤੇ ਪ੍ਰਬੰਧ ਦੇ ਅਧੀਨ ਆਪਾਂ ਫਿਰ ਉੱਥੇ ਜਾ ਸਕਨੇ ਹੁੰਨੇ ਆ। ਗੁਰੂ ਸਾਹਿਬ ਨੇ ਬੜੀ ਰਹਿਮਤ ਕੀਤੀ ਆ। ਥੋੜੇ ਸਮੇਂ ਬਾਅਦ ਬੰਗਲਾ ਸਾਹਿਬ ਜਾਈਦਾ, ਮੰਜੀ ਸਾਹਿਬ ਜਾਈਦਾ, ਪਰ ਕੁਝ ਸਥਾਨਾਂ ਦੇ ਉੱਤੇ ਮਨੁੱਖ ਭਾਵਪੂਰਤਕ ਤਰੀਕੇ ਨਾਲ ਐਜ਼ ਪਰ ਫੀਲਿੰਗਸ ਬੰਦਾ ਨਾ ਉੱਥੇ ਅਟੈਚ ਹੁੰਦਾ, ਤੇ ਉੱਥੇ ਬੇਨਤੀ ਬੰਦਾ ਮਨੁੱਖ ਕਰਦਾ। ਤੇ ਅੱਜ ਮੈਂ ਆਉਂਦਾ ਸੋਚ ਰਿਹਾ ਸਾਂ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿ ਰਹੇ ਆ ਤੇ ਤੂੰ ਕਥਾ ਵੀ ਕਰਾਉਣੀ ਹੈ ਤੇ ਤੈਨੂੰ ਪੈਸੇ ਵੀ ਦੇਣੇ ਆ। ਤੇ ਇਹਨਾਂ ਨੇ ਮੈਨੂੰ ਫੋਨ ਕੀਤਾ, ਮੈਂ ਨਹੀਂ ਇਹਨਾਂ ਨੂੰ ਆਖਿਆ ਵੀ ਹੁਣ ਮੈਂ ਉਹ ਗੱਲ ਕਹਿ ਕੇ ਭੁੱਲ ਗਿਆ ਸਾਂ ਵੀ ਕਦੇ ਸਮਾਂ ਬਣਿਆ ਚਲੋ ਦਰਸ਼ਨ ਮੇਲੇ ਕਰਦੇ ਆ। ਉਹ ਗੱਲ ਮੈਂ ਕਹਿ ਕੇ ਵੀ ਚਿੱਤ ਚੇਤੇ ਵਿੱਚੋਂ ਵਿਸਰ ਗਈ ਸੀ ਵੀ ਮਹਾਰਾਜ ਸਾਹਿਬ ਨੂੰ ਆਖਿਆ ਸੀ, ਮਹਾਰਾਜ ਇਸ ਸਥਾਨ ਦੇ ਇਸੇ ਸਟੇਜ ਤੇ ਬਹਿ ਕੇ ਕਦੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈਏ। ਤੇ ਉਹ ਸੁਭਾਗਾ ਦਿਨ ਹੁੰਦਾ ਜਦੋਂ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਰਹਿਮਤ ਕਰਕੇ ਆਪ ਸੰਗਤਾਂ ਦੇ ਸਨਮੁਖ ਬੈਠਣ ਦਾ ਸੁਭਾਗ ਦੇ ਦਿੱਤਾ। ਇਸ ਕਰਕੇ ਮੈਂ ਬੇਨਤੀ ਕਰਦਾ ਵੀ ਇਸ ਗੱਲ ਨੂੰ ਸਿਰਫ ਉਹ ਮਨੁੱਖ ਸਮਝ ਸਕਦਾ ਜਾਂ ਤੇ ਉਹਦੇ ਮਨ ਦੀ ਜਿਹੜੀ ਭਾਵਨਾ ਹੈ ਉਹ ਇੰਨੀ ਹਾਵੀ ਹੋਵੇ ਵੀ ਉਹ ਆਪਣੇ ਮਨ ਵਿੱਚ ਤਰਕ ਨਾ ਆਉਣ ਦੇਵੇ, ਜਾਂ ਫਿਰ ਉਹ ਮਨੁੱਖ ਸਮਝ ਸਕਦਾ ਜਿਹਦੇ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਇਆ ਕੀਤੀ ਹੋਵੇ। ਔਰ ਇਹ ਵੀ ਯਾਦ ਰੱਖਿਓ, ਗੁਰੂ ਨੂੰ ਕਦੇ ਪਰਖਾਂ 'ਚ ਨਹੀਂ ਪਾਈਦਾ, ਗੁਰੂ ਨੂੰ ਕਹਿ ਕੇ ਨਹੀਂ ਵੇਖੀਦਾ ਵੀ ਮਹਾਰਾਜ ਮੈਂ ਤੈਨੂੰ ਕਹਿ ਚੱਲਿਆ ਤੇ ਤੂੰ ਕਰੇਗਾ ਨਹੀਂ ਕਰੇਗਾ, ਇਹ ਹੋਏਗਾ ਨਹੀਂ ਹੋਏਗਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਜੀਵਨ ਦੀ ਇੱਕ ਨਿੱਕੀ ਜਿਹੀ ਵਾਰਤਾ ਮਹਾਰਾਜ ਸਾਹਿਬ ਬੰਗਲਾ ਸਾਹਿਬ ਦੀ ਪਾਵਨ ਧਰਤੀ ਜਿੱਤੇ ਹੈ। ਰਾਜਾ ਜੈ ਸਿੰਘ ਦਾ ਮਹਿਲ ਹੋਇਆ ਕਰਦਾ ਸੀ। ਉਮਰ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਨਿੱਕੀ ਹੈ, ਬਾਲੜੀ ਉਮਰ ਹੈ, ਪਰ ਜੋਤ ਗੁਰੂ ਨਾਨਕ ਦੀ ਅੰਦਰ ਵਰਤ ਰਹੀ ਹੈ। ਰਾਣੀ ਨੂੰ ਪਟਰਾਣੀ ਨੂੰ ਸ਼ੱਕ ਹੋ ਗਿਆ ਵੀ ਏਡੀ ਉਮਰ ਦੇ ਵਿੱਚ ਨਮਸਕਾਰਾਂ ਹੋ ਰਹੀਆਂ ਨੇ, ਪਤਾ ਨਹੀਂ ਅੰਦਰ ਕੁਝ ਹੈ ਕਿ ਨਹੀਂ ਹੈ। ਲੋਕੀ ਐਵੇਂ ਰੂਪ ਦੇ ਮਗਰ ਲੱਗੇ ਹੋਏ ਆ। ਮੈਂ ਬੇਨਤੀ ਕਰਾਂ ਗੁਰੂ ਤੇ ਤਰਕ ਨਹੀਂ ਕਰਨੀ, ਸ਼ੰਕਾ ਪੈਦਾ ਨਹੀਂ ਕਰਨੀ ਵੀ ਗੁਰੂ ਇਹ ਕਰ ਸਕਦਾ ਕਿ ਨਹੀਂ ਕਰ ਸਕਦਾ। ਗੁਰੂ ਸਾਹਿਬ ਨੇ ਉੱਥੇ ਜੋ ਕਲਾ ਵਰਤਾਈ ਉਹ ਸਾਰਿਆਂ ਵਾਸਤੇ ਹੈ। ਪਟਰਾਣੀ ਦਾਸੀਆਂ ਵਾਲੇ ਨੌਕਰਾਣੀਆਂ ਵਾਲੇ ਕੱਪੜੇ ਪਾ ਕੇ ਬੈਠ ਗਈ ਤੇ ਦਾਸੀਆਂ ਨੂੰ ਨੌਕਰਾਣੀਆਂ ਨੂੰ ਨਾ ਆਪਣੇ ਕੱਪੜੇ ਪਵਾ ਦਿੱਤੇ। ਹੁਣ ਆਪਣਾ ਵੀ ਸੁਭਾਅ ਹੁੰਦਾ ਵੀ ਆਪਾਂ ਕੱਪੜੇ ਵੇਖ ਕੇ ਅੰਦਾਜ਼ਾ ਲਾਉਨੇ ਆ ਵੀ ਇਹ ਮਨੁੱਖ ਕੌਣ ਹੋਏਗਾ। ਤੇ ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾਸੀ ਦੇ ਸਿਰ ਤੇ ਉਹਨੇ ਕੱਪੜੇ ਪਟਰਾਣੀਆਂ ਵਾਲੇ ਪਾਏ ਹੋਏ ਆ। ਮਹਾਰਾਜ ਜੀ ਦਾ ਸੁਭਾਅ ਸੀ, ਉਹ ਹੱਥ ਦੇ ਵਿੱਚ ਖੁੰਡੀ ਰੱਖਿਆ ਕਰਦੇ ਸੀ, ਨਿੱਕੀ ਜੀ ਛੜੀ ਰੱਖਿਆ ਕਰਦੇ ਸੀ। ਤੇ ਮਹਾਰਾਜ ਸਾਹਿਬ ਹਰੇਕ ਦੇ ਸਿਰ ਤੇ ਰੱਖਦੇ ਆ ਤੇ ਆਖੀ ਜਾਂਦੇ ਆ ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ, ਇਹ ਵੀ ਰਾਣੀ ਨਹੀਂ। ਤੇ ਜਿਹੜੀ ਅਸਲ ਰਾਣੀ ਸੀ ਉਹਦੇ ਸਿਰ ਦੇ ਉੱਤੇ ਮਹਾਰਾਜ ਸਾਹਿਬ ਨੇ ਉਹ ਛੜੀ ਰੱਖੀ ਤੇ ਮਹਾਰਾਜ ਸਾਹਿਬ ਕਹਿੰਦੇ ਇਹ ਪਟਰਾਣੀ ਹੈ ਅਸਲ। ਤੇ ਮਹਾਰਾਜ ਸਾਹਿਬ ਕਹਿੰਦੇ ਇਹ ਪਟਰਾਣੀ ਹੈ। ਪਟਰਾਣੀ ਨੇ ਹੱਥ ਜੋੜੇ, ਸਾਹਿਬ ਦੇ ਚਰਨਾਂ 'ਚ ਨਮਸਕਾਰ ਕੀਤੀ, ਪਰ ਮਹਾਰਾਜ ਸਾਹਿਬ ਨੇ ਇੱਕ ਬੜਾ ਕਮਾਲ ਦਾ ਜਵਾਬ ਦਿੱਤਾ, ਤੇਰੇ ਮੇਰੇ ਸਾਰਿਆਂ ਵਾਸਤੇ ਹੈ। ਮਹਾਰਾਜ ਸਾਹਿਬ ਕਹਿੰਦੇ ਰਾਣੀ ਇਹ ਗੁਰੂ ਨਾਨਕ ਦਾ ਘਰ ਹੈ, ਜਿੱਥੇ ਤੂੰ ਪਰਖਾਂ ਪਾਈਆਂ, ਜਿੱਥੇ ਤੂੰ ਪੇਪਰ ਪਾਏ, ਜਿੱਥੇ ਤੂੰ ਆਪਣੀਆਂ ਚਤਰ ਚਲਾਕੀਆਂ ਚਲਾਈਆਂ। ਮਹਾਰਾਜ ਸਾਹਿਬ ਕਹਿੰਦੇ ਆ ਨਾ ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ, ਪਾਇਆ ਕਿਵੇਂ ਜਾਏਗਾ ਇਹ ਵੀ ਮਹਾਰਾਜ ਸਾਹਿਬ ਨੇ ਦੱਸਿਆ। ਚਤੁਰਾਈ ਨਾ ਪਾਇਆ ਕਿਨਾ ਤੂੰ ਸੁਣ ਮਨ ਮੇਰਿਆ। ਮਹਾਰਾਜ ਕਹਿੰਦੇ ਮਨਾਓ ਮੇਰੀ ਗੱਲ ਸੁਣ, ਚਤੁਰਾਈਆਂ ਨਾਲ ਨਹੀਂ ਪ੍ਰਾਪਤ ਕੀਤਾ ਜਾਣਾ। ਮਹਾਰਾਜ ਸਾਹਿਬ ਕਹਿੰਦੇ ਰਾਣੀ ਤੂੰ ਨਾਨਕ ਦੇ ਘਰ ਨੂੰ ਪਰਖਾਂ ਪਾਈਆਂ, ਤੂੰ ਨਾਨਕ ਦੇ ਘਰ ਨੂੰ ਪੇਪਰ ਪਾਇਆ, ਗੁਰੂ ਨਾਨਕ ਤਾਂ ਪਾਸ ਹੋ ਜਾਏਗਾ। ਰਾਣੀ ਇਹ ਗੁਸਤਾਖੀ ਨਹੀਂ ਕਰੀਦੀ, ਜਿਸ ਦਿਨ ਨਾਨਕ ਨੇ ਪੇਪਰ ਪਾ ਦਿੱਤਾ ਤੇਰੇ ਤੋਂ ਪਾਸ ਨਹੀਂ ਹੋਇਆ ਜਾਣਾ। ਨਾਨਕ ਤੇਡੀ ਕਰਾਮਾਤ ਦਾ ਮਾਲਕ ਹੈ, ਨਾਨਕ ਨੂੰ ਜਿੰਨੇ ਮਰਜ਼ੀ ਪੇਪਰ ਪਾਓ ਨਾਨਕ ਨੇ ਪਾਸ ਹੋ ਜਾਣਾ। ਪਰ ਜਿਸ ਦਿਨ ਨਾਨਕ ਨੇ ਨਜ਼ਰ ਘੁਮਾ ਲਈ, ਜਿਸ ਦਿਨ ਨਾਨਕ ਨੇ ਪੇਪਰ ਪਾ ਦਿੱਤਾ, ਫਿਰ ਸਾਡਾ ਕੋਈ ਦਵਾਲ ਨਹੀਂ ਹੈ, ਫਿਰ ਸਾਡੀ ਕੋਈ ਮਰਜ਼ੀ ਨਹੀਂ ਹੈ। ਇੱਥੇ ਸਿਰਫ ਦੋਏ ਕਰ ਜੋਰ ਕਰੋ ਅਰਦਾਸ, ਤੁਧ ਭਾਵੈ ਤਾਂ ਆਣਾ ਰਾਸ।
ਇੱਥੇ ਸਿਰਫ ਅਰਦਾਸ ਕਰਕੇ ਮਹਾਰਾਜ ਸਾਹਿਬ ਨੂੰ ਆਖੀ, ਗੁਰੂ ਪਾਤਸ਼ਾਹ ਰਜ਼ਾ ਤੇਰੀ, ਮਰਜ਼ੀ ਤੇਰੀ, ਹੁਕਮ ਤੇਰਾ, ਮੈਂ ਤੈਨੂੰ ਕਹਿ ਚੱਲਿਆ। ਹੁਣ ਜਿਸ ਦਿਨ ਤੇਰਾ ਹੁਕਮ ਵੱਜਣਾ ਉਸੇ ਦਿਨ ਇਹ ਕਾਰਜ ਹੋਣਾ, ਤੇਰੀ ਰਜ਼ਾ ਤੋਂ ਬਿਨਾਂ ਅਸਲ ਦੇ ਵਿੱਚ ਹੋ ਕੁਝ ਨਹੀਂ ਸਕਦਾ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਸੰਗਤ ਨੇ ਥਾਂ ਪੁਰ ਥਾਂ ਮਨਾਇਆ। ਉਸ ਦੇ ਬਾਬਤ ਵੀ ਆਪਾਂ ਰਲ ਮਿਲ ਕਰਕੇ ਵਿਚਾਰਾਂ ਦੀ ਸਾਂਝ ਪਾਉਣੀ ਹੈ। ਮੱਤੇ ਕੀ ਸਰਾਂ ਅੱਜ ਕੱਲ ਨਾਗਾ ਸਰਾਏ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਸਥਾਨ ਹੈ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਚ ਇੱਕ ਬੜੀ ਪਿਆਰੀ ਤੇ ਨਿਆਰੀ ਸਿੱਖਿਆ ਸਾਨੂੰ ਮਿਲਦੀ ਹੈ। ਔਰ ਗੁਰੂ ਨੇ ਸਾਨੂੰ ਇੱਕ ਸਿਧਾਂਤ ਦਿੱਤਾ ਵੀ ਇਹ ਘਰ ਐਸਾ ਹੈ ਜਿਹੜਾ ਪੁਸ਼ਤੈਨੀ ਨਹੀਂ ਹੈ, ਜਿਹੜਾ ਪੁਸ਼ਤਾਂ ਨਾਲ ਨਹੀਂ ਬੱਝਿਆ ਹੋਇਆ। ਗੁਰੂ ਨਾਨਕ ਦਾ ਦਰ ਐਸਾ ਹੈ, ਗੁਰੂ ਨਾਨਕ ਦਾ ਘਰ ਐਸਾ, ਇੱਥੇ ਕੋਈ ਇਹ ਨਹੀਂ ਕਹਿ ਸਕਦਾ ਵੀ ਮੇਰਾ ਤੇ ਨਾਨਕ ਨਾਲ ਦੂਰ ਤੱਕ ਕੋਈ ਲੈਣਾ ਦੇਣਾ ਹੀ ਨਹੀਂ। ਨਾ ਮੈਂ ਉਹਦੀ ਕੁੱਲ ਚੋਂ, ਨਾ ਮੈਂ ਉਹਦੀ ਜਾਤ ਚੋਂ, ਨਾ ਮੈਂ ਉਹਦੀ ਗੋਤ ਚੋਂ, ਨਾ ਮੈਂ ਉਹਦੇ ਪਿੰਡ ਚੋਂ, ਨਾ ਮੈਂ ਉਹਦਾ ਆਂਢੀ ਤੇ ਨਾ ਮੈਂ ਉਹਦਾ ਗੁਆਂਢੀ। ਮੈਂ ਤੇ ਕੁਝ ਵੀ ਨਹੀਂ ਲੱਗਦਾ ਨਾਨਕ ਦਾ। ਨਾਨਕ ਦਾ ਰਿਸ਼ਤਾ ਕਿਸੇ ਨਾਲ ਜ਼ਰੂਰੀ ਨਹੀਂ ਖੂਨ ਦਾ ਹੋਵੇ। ਨਾਨਕ ਦਾ ਰਿਸ਼ਤਾ ਜਦੋਂ ਕਿਸੇ ਨਾਲ ਮੁਹੱਬਤ ਦਾ, ਪ੍ਰੇਮ ਦਾ ਬਣ ਜਾਂਦਾ ਹੈ, ਯਾਦ ਰੱਖਿਓ ਨਾਨਕ ਆਪਣੇ ਖੂਨ ਨੂੰ ਵੀ ਪਿੱਛੇ ਕਰਕੇ ਆਪਣੇ ਸੇਵਕ ਨੂੰ ਗੁਰਤਾ ਗੱਦੀ ਬਖਸ਼ ਦਿੰਦਾ। ਇਹ ਗੁਰੂ ਦਾ ਘਰ ਐਸਾ ਹੈ ਜਿੱਥੇ ਰਿਸ਼ਤੇ ਮੁਹੱਬਤ ਦੇ ਹੈ, ਜਿੱਥੇ ਰਿਸ਼ਤੇ ਪਿਆਰ ਦੇ ਹੈ, ਜਿੱਥੇ ਸਿਰਫ ਔਰ ਸਿਰਫ ਸਿੱਖ ਦੀ ਭਾਵਨਾ ਵੱਲ ਨਜ਼ਰ ਮਾਰੀ ਜਾਂਦੀ ਹੈ, ਜਿੱਥੇ ਸਿਰਫ ਔਰ ਸਿੱਖ ਦਾ ਪਿਆਰ ਵੇਖਿਆ ਜਾਂਦਾ ਹੈ। ਯਾਦ ਰੱਖਿਓ ਜੇ ਸਿੱਖ ਦਾ ਪਿਆਰ ਹੈ ਤੇ ਫੇਰ ਹੀ ਗੱਲ ਹੈ। ਅਸਲ ਦੇ ਵਿੱਚ ਇਹ ਨਹੀਂ ਕਿ ਮੈਂ ਮਾਇਆ ਬਹੁਤੀ ਦੇ ਦਿੱਤੀ, ਮੈਂ ਕਮਾਉਣਾ ਹੀ 100 ਰੁਪਈਆ ਤੇ ਮੈਂ 10 ਹੀ ਦੇ ਸਕਦਾ। ਦਸਵੰਧ ਗੱਲ ਸਮਝਿਓ ਧਿਆਨ ਨਾਲ। ਜਿਹੜਾ ਬੰਦਾ ਕਮਾਉਂਦਾ ਉਹ 100 ਦੇ ਸਕਦਾ, ਜਿਹੜਾ ਲੱਖ ਕਮਾਉਂਦਾ ਉਹ ਆਪਣਾ ਦਸਵੰਧ 10,000 ਦੇ ਸਕਦਾ। ਲੱਖ ਰੁਪਏ ਪਿੱਛੇ 10,000 ਦੇਣ ਵਾਲਾ, ਕਰੋੜ ਪਿੱਛੇ 10 ਲੱਖ ਦੇਣ ਵਾਲਾ ਤੇ 100 ਰੁਪਏ ਪਿੱਛੇ 10 ਦੇਣ ਵਾਲਾ ਇੱਕ ਬਰਾਬਰ ਨੇ। ਸਿਰਫ ਕੋਈ ਫਰਕ ਨਹੀਂ ਹੈ। ਦਸਵੰਧ ਤਾਂ ਦਸਵੰਧ ਹੈ ਨਾ। ਜਿਵੇਂ ਇੱਕ ਨਿੱਕੀ ਜੀ ਕਹਾਣੀ ਬੜੀ ਪਿਆਰੀ ਹੈ। ਉਹ ਕਹਿੰਦੇ ਕੋਈ ਨਾ ਇੱਕ ਬੰਦਾ ਗਰੀਬ ਸੀ। ਕਿਸੇ ਵੇਲੇ ਉਹ ਕਿਸੇ ਥਾਂ ਤੋਂ ਬੱਸ ਸਟਾਪ ਤੋਂ ਲੰਘਦਾ ਸੀ ਤੇ ਉੱਥੇ ਇੱਕ ਅਖਬਾਰ ਵੇਚਣ ਵਾਲਾ ਬਹਿੰਦਾ ਸੀ। ਉਹ ਜਿਹੜਾ ਲੰਘ ਰਿਹਾ ਸੀ ਉਹਦੇ 'ਚ ਇੰਨੀ ਹਿੰਮਤ ਨਹੀਂ ਸੀ ਵੀ ਉਹ ਅਖਬਾਰ ਖਰੀਦ ਸਕੇ, ਪਰ ਉਹਦਾ ਦਿਲ ਕਰਦਾ ਸੀ ਕਿ ਉਹ ਅਖਬਾਰ ਪੜ੍ਹ ਲਏ। ਤੇ ਜਿਹੜਾ ਵੇਚਣ ਵਾਲਾ ਸੀ ਉਹਨੇ ਭਾਵਨਾ ਨੂੰ ਸਮਝਿਆ ਤੇ ਉਹ ਕਹਿਣ ਲੱਗਾ, ਆ ਲੈ ਅਖਬਾਰ ਪੜ੍ਹ ਲੈ, ਲੈ ਜਾ, ਤੇਰੀ ਹੋ ਗਈ। ਉਹ ਕਹਿੰਦਾ ਮੇਰੇ ਕੋਲੇ ਪੈਸੇ ਨਹੀਂ ਆ। ਕਹਿੰਦਾ ਮੈਂ ਤੈਨੂੰ ਵੇਚੀ ਨਹੀਂ, ਮੈਂ ਤੈਨੂੰ ਦਿੱਤੀ ਆ, ਉਦਾਂ ਹੀ ਪੜ੍ਹ ਲੈ ਤੂੰ, ਮੇਰੇ ਵੱਲੋਂ ਤੋਹਫਾ ਸਮਝ, ਤੇਰੀ ਮਦਦ ਸਮਝ, ਜੋ ਮਰਜ਼ੀ ਸਮਝ। ਮੈਂ ਆਪਣੇ ਬੱਚਤ ਦੇ ਵਿੱਚੋਂ, ਆਪਣੇ ਮੁਨਾਫੇ ਦੇ ਵਿੱਚੋਂ, ਆਪਣੇ ਪ੍ਰੋਫਿਟ ਦੇ ਵਿੱਚੋਂ ਤੈਨੂੰ ਇਹ ਦਿੱਤੀ ਹੈ ਅਖਬਾਰ। 2 ਦਿਨ ਇਦਾਂ ਹੀ, 2 ਵਾਰੀ ਇਦਾਂ ਹੀ ਵਾਪਰਿਆ। ਉਹਨੇ ਫ੍ਰੀ ਦੇ ਵਿੱਚ, ਮੁਫਤ ਦੇ ਵਿੱਚ ਅਖਬਾਰ ਦਿੱਤੀ। ਪਰ ਹੁਣ ਜਿਹੜਾ ਸਾਹਮਣੇ ਵਾਲਾ ਬੰਦਾ ਸੀ ਉਹ ਅਹਿਸਾਨ ਫਰਾਮੋਸ਼ ਨਹੀਂ ਸੀ। ਉਹਨੇ ਯਾਦ ਰੱਖਿਆ ਵੀ ਕਿਸੇ ਵੇਲੇ ਨਹੀਂ ਮੇਰੀ ਮਦਦ ਕੀਤੀ ਹੈ। ਤੇ ਰੱਬ ਦੀ ਕਲਾ ਐਸੀ ਵਾਪਰੀ, ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਬਣ ਗਿਆ। ਇਹ ਕਹਾਣੀ ਹੈ ਬਿਲ ਗੇਟਸ ਦੀ, ਸੁਣਿਆ ਹੋਵੇਗਾ ਨਾਮ ਤੁਸੀਂ। ਬਿਲ ਗੇਟਸ ਦੁਨੀਆ ਦੇ ਰਿਚੈਸਟ ਮੈਨ ਦੇ ਵਿੱਚ ਹੈ, ਟੌਪ ਦੇ ਉੱਪਰ ਹੈ। ਬਿਲ ਗੇਟਸ ਕਹਿੰਦਾ ਵੀ ਮੈਂ ਜਦੋਂ ਇੰਨੇ ਜੋਗਾ ਹੋ ਗਿਆ, ਮੇਰਾ ਦੁਨੀਆ ਦੇ ਉੱਪਰ ਨਾਮ ਛਾ ਗਿਆ, ਤੇ ਮੈਨੂੰ ਯਾਦ ਆਇਆ ਵੀ ਬਚਪਨ ਵਿੱਚ ਮੇਰੀ ਕਿਸੇ ਨੇ ਇਦਾਂ ਕਰਕੇ ਮਦਦ ਕੀਤੀ ਸੀ। ਕਹਿੰਦਾ ਮੈਂ ਉਹਨੂੰ ਲੱਭਿਆ, ਉਹਨੂੰ ਲੱਭ ਕੇ ਮੈਨੂੰ ਉਹ ਬੰਦਾ ਮਿਲਿਆ ਤੇ ਉਹਨੂੰ ਆਖਿਆ ਵੀ ਜੋ ਤੂੰ ਮੰਗਣਾ, ਜੋ ਤੂੰ ਚਾਹੁੰਦਾ ਮੈਂ ਤੈਨੂੰ ਅੱਜ ਦੇ ਦਿਆਂਗਾ। ਸਾਹਮਣੇ ਵਾਲਾ ਕਹਿੰਦਾ ਵੀ ਫੇਰ ਵੀ ਤੂੰ ਮੇਰਾ ਮੁਕਾਬਲਾ ਨਹੀਂ ਕਰ ਸਕਦਾ। ਉਹ ਕਹਿੰਦਾ ਉਹ ਕਿੱਦਾਂ? ਕਹਿੰਦਾ ਮੈਂ ਅਖਬਾਰ ਤੈਨੂੰ ਉਹਨਾਂ ਵੇਲਿਆਂ ਦੇ ਵਿੱਚ ਦਿੱਤੀ ਜਿਸ ਦਿਨ ਮੈਂ ਵੀ ਕੁਛ ਨਹੀਂ ਸੀ ਤੇ ਤੂੰ ਵੀ ਕੁਛ ਨਹੀਂ ਸੀ, ਤੇ ਅੱਜ ਤੂੰ ਜੇ ਵੱਡਾ ਬਣ ਗਿਆ, ਮੇਰੀ ਮਦਦ ਕਰਨ ਲੱਗਿਆ, ਯਾਦ ਰੱਖੀ ਅੱਜ ਤੇਰੀ ਮਦਦ ਮੇਰੀ ਮਦਦ ਦਾ ਮੁਕਾਬਲਾ ਨਹੀਂ ਜੇ ਕਰ ਸਕਦੀ। ਗੱਲ ਨੂੰ ਸਮਝਿਓ ਥੋੜਾ ਜਿਹਾ ਡੂੰਘਾਈ ਦੇ ਨਾਲ। ਕਹਿਣ ਦਾ ਭਾਵ ਹੈ ਜੇ ਆਪਾਂ ਅੱਜ
10 ਕਰੋੜ ਕਮਾਉਂਦੇ ਆ, 1 ਕਰੋੜ ਦੇ ਦਿੱਤਾ ਤੇ 10 ਰੁਪਏ ਵੀ ਉਨਾ ਹੀ ਅਸਰ ਰੱਖਦੇ ਆ ਜਿੰਨਾ 1 ਕਰੋੜ ਰੱਖਦਾ ਹੈ, ਕਿਉਂਕਿ ਦਸਵੰਧ ਤਾਂ ਦਸਵੰਧ ਹੀ ਗਿਣਿਆ ਜਾਏਗਾ, 10ਵਾਂ ਹਿੱਸਾ ਤਾਂ 10ਵਾਂ ਹੀ ਗਿਣਿਆ ਜਾਏਗਾ ਨਾ, ਉਹ ਭਾਵੇਂ ਜਿੱਥੋਂ ਮਰਜ਼ੀ ਕੱਢ ਲਓ। ਔਰ ਯਾਦ ਰੱਖਿਓ, ਦਸਵੰਧ ਦੇ ਕੇ ਅਸੀਂ ਗੁਰੂ ਤੇ ਅਹਿਸਾਨ ਨਹੀਂ ਕਰਦੇ ਆ ਵੀ ਹੁਣ ਅਸੀਂ ਤੈਨੂੰ ਦੇ ਤਾਂ। ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਕਲੇਰਾਂ ਵਾਲੇ ਬਚਨ ਕਰਿਆ ਕਰਦੇ, ਮੇਰਾ ਸੁਭਾਅ ਇਦਾਂ ਦਾ, ਕਿਸੇ ਨੂੰ ਚੰਗਾ ਲੱਗੇ ਮਾੜਾ ਲੱਗੇ, ਜਿੱਥੋਂ ਕੁਝ ਮਿਲਦਾ ਖੈਰ ਨਾਮ ਰਸੀਏ ਮਹਾਂਪੁਰਖ ਸੀ ਤੇ ਆਂਦੇ ਦਸਵੰਧ ਸਿੱਖ ਦੀ ਅਮਾਨਤ ਹੁੰਦਾ, ਸਿੱਖ ਕੋਲੇ ਗੁਰੂ ਦੀ ਅਮਾਨਤ ਹੁੰਦਾ ਦਸਵੰਧ। ਜਿਹੜਾ ਸਿੱਖ ਗੁਰੂ ਦੀ ਅਮਾਨਤ ਨੂੰ ਆਪਣੇ ਬੋਝੇ 'ਚ ਪਾਈ ਰੱਖਦਾ ਉਹਦਾ ਤੇ ਪਤਾ ਨਹੀਂ, ਪਰ ਜਿਹੜਾ ਗੁਰੂ ਦੀ ਅਮਾਨਤ ਗੁਰੂ ਨੂੰ ਦੇ ਦਿੰਦਾ, ਗੁਰੂ ਆਪਣੀ ਅਮਾਨਤ ਲੈ ਕੇ ਵੀ 20 ਗੁਣਾ 100 ਗੁਣਾ ਕਰਕੇ ਸਿੱਖ ਨੂੰ ਫੇਰ ਵਾਪਸ ਮੋੜ ਦਿੰਦਾ। ਇਸ ਕਰਕੇ ਵਾਹਿਗੁਰੂ ਆ ਜਾਓ। ਇਸ ਕਰਕੇ ਆਪਣੀ ਭਾਵਨਾ ਦਾ ਮੱਥਾ ਟੇਕੀ ਇੱਥੇ, ਕੱਲਾ ਮਾਇਆ ਨਹੀਂ, ਮਾਇਆ ਪ੍ਰਬੰਧ ਵਾਸਤੇ ਜ਼ਰੂਰੀ ਹੈ, ਗੁਰੂ ਨੂੰ ਮਾਇਆ ਨਾਲ ਕੋਈ ਲੈਣਾ ਦੇਣਾ ਨਹੀਂ। ਮਾਇਆ ਮੇਰੇ ਵਾਸਤੇ ਜ਼ਰੂਰੀ ਹੈ, ਗੁਰੂ ਵਾਸਤੇ ਨਹੀਂ। ਮਾਇਆ ਬੋਲਣ ਵਾਲੇ ਨੂੰ ਚਾਹੀਦੀ ਹੈ, ਬੁਲਾਉਣ ਵਾਲੇ ਨੂੰ ਨਹੀਂ। ਯਾਦ ਰੱਖਿਓ, ਮਾਇਆ ਮੇਰਾ ਹੈ ਪਰ ਗੁਰੂ ਨੂੰ ਇਸ ਨਾਲ ਕੀ। ਗੁਰੂ ਸਾਹਿਬ ਕਹਿੰਦੇ ਮੈਂ ਵੇਖਦਾ ਤੇ ਉਹਨਾਂ ਦੇ ਕਾਰਜ ਮੈਂ ਰਾਸ ਕਰਦਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਆ, ਜਿਨ੍ਹਾਂ ਨੂੰ ਯਾਦ ਆ ਪੜਿਓ ਪਿਆਰ ਨਾਲ, ਮਹਾਰਾਜ ਕਹਿੰਦੇ ਆ ਮਨ ਵੇਚੈ, ਮਨ ਵੇਚੈ। ਤੇ ਫਿਰ ਮਹਾਰਾਜ ਕਲਾ ਕੀ ਵਰਤਾਉਂਦੇ ਅੱਗੇ, ਤਿਸ ਸੇਵਕ ਕੇ ਸੇਵਾ ਕਰਤ ਹੋਏ ਨਹੀਂ ਕਾਮੇ। ਮਹਾਰਾਜ ਸਾਹਿਬ ਨੇ ਦੱਸਿਆ ਨਾ ਵੀ ਇਦਾਂ ਹੀ, ਇਹ ਨਾ ਆਖੀ ਵੀ ਮਹਾਰਾਜ ਮੈਂ ਭਾਈ ਸਾਹਿਬ ਰੁਮਾਲਾ ਦਿੱਤਾ ਸੀ ਤੇ ਲੱਗਿਆ ਨਹੀਂ, ਉਹ ਤੇਰਾ ਵੀ ਆਪਾਂ ਕਹੀ ਵੀ ਸਾਡਾ ਰੁਮਾਲਾ, ਜੇ ਤੇਰਾ ਤੇ ਆਪਣੇ ਚੁੱਕੇ ਘਰੇ ਲੈ ਕੇ ਜਾ। ਜੇ ਗੁਰੂ ਦਾ ਹੋ ਗਿਆ ਫਿਰ ਗੁਰੂ ਦੀ ਮਰਜ਼ੀ ਹੈ ਇਹਦੇ ਤੇ ਲੱਗੇਗਾ ਕਿ ਨਹੀਂ ਲੱਗੇਗਾ, ਇਹ ਪਾਤਸ਼ਾਹ ਦੀ ਮਰਜ਼ੀ ਹੈ। ਕੁਝ ਅਨੋਖੇ ਕੌਤਕ ਹੁੰਦੇ ਆ। ਮੈਂ 22 ਸੈਕਟਰ ਚੰਡੀਗੜ੍ਹ ਸਾਂ ਤੇ ਉੱਥੇ ਨਾ ਕਿਸੇ ਨੇ ਆਪਣੇ ਜਨਮ ਦਿਨ ਕਰਕੇ ਉਹਦੀ ਖੁਸ਼ੀ ਦੇ ਵਿੱਚ ਰੁਮਾਲਾ ਸਾਹਿਬ ਭੇਟ ਕੀਤਾ ਤੇ ਉਹਨਾਂ ਨੇ ਪੰਕਤੀ ਲਿਖਾਈ ਉੱਤੇ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਤੇ ਅਸੀਂ ਸਾਡੀ ਆਪਸ ਵਿੱਚ ਗੱਲ ਚੱਲੀ ਵੀ ਕੱਲ ਨੂੰ ਸੰਗਰਾਂਦ ਆਉਂਦਾ ਵੀ ਪੰਕਤੀ ਨਾ ਦੂਜੀ ਲਾਈਏ ਮਹੀਨੇ ਵਾਲੀ। ਉਹ ਮੈਂ ਆਖਿਆ ਵੀ ਮੈਂ ਕਿਸੇ ਨਾਲ ਵਾਅਦਾ ਕੀਤਾ ਤੇ ਮੇਰੀ ਡਿਊਟੀ ਹੈਡ ਗ੍ਰੰਥੀ ਦੀ, ਹੁਣ ਨਹੀਂ ਮੈਂ ਡਿਊਟੀ ਕਰਦਾ, ਹੁਣ ਮੈਂ ਇਦਾਂ ਹੀ ਰਹਿਣਾ, ਘਰ ਰਹਿਣਾ ਮੈਂ ਆਪਣੇ। ਉਦਾਂ ਤੁਹਾਨੂੰ ਗੱਲ ਦੱਸਣ ਲੱਗਾ, ਅਸੀਂ ਚਲੋ ਆਫਟਰ ਇਹ ਫੈਸਲਾ ਕੀਤਾ ਵੀ ਚਲੋ ਕੋਈ ਗੱਲ ਨਹੀਂ। ਮੈਂ ਉਹਨਾਂ ਨੂੰ ਫੋਨ ਕੀਤਾ ਵੀ ਤੁਹਾਡਾ ਜਨਮ ਦਿਨ ਦਾ ਜਿਹੜਾ ਰੁਮਾਲਾ ਹੈ ਨਾ, ਇਹ ਡੇ ਟੂ ਡੇ ਨਹੀਂ ਲੱਗ ਸਕੇਗਾ, 2 ਦਿਨ ਬਾਅਦ ਅਸੀਂ ਲਾਵਾਂਗੇ ਇਹ। ਉਹ ਪਿਆਰ ਵਾਲੇ ਸੀ, ਮੰਨ ਗਏ, ਕਹਿੰਦੇ ਸਾਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਦੇ ਦਿੱਤਾ, ਜਦੋਂ ਮਰਜ਼ੀ ਲਾ ਦਿਆ ਜੇ। ਪਰ ਮੇਰੇ ਮਨ ਤੇ ਬੋਝ ਜਿਹਾ ਰਹਿ ਗਿਆ ਵੀ ਮੈਂ ਉਹਨਾਂ ਨਾਲ ਵਾਅਦਾ ਕੀਤਾ, ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਸੇਵਾ ਕਰੋ, ਉਹਨਾਂ ਨੇ ਸੇਵਾ ਕੀਤੀ। ਬੰਦੇ ਤੇ ਹੁੰਦਾ ਨਾ ਵੀ ਮੇਰੇ ਕਹਿਣ ਤੇ ਉਹਨਾਂ ਨੇ ਬਿੰਦ ਨਹੀਂ ਲਾਇਆ, 25-30 ਹਜ਼ਾਰ ਰੁਪਇਆ ਖਰਚਤਾ ਤੇ ਮੈਂ ਡੇ ਟੂ ਡੇ ਰੁਮਾਲਾ ਨਹੀਂ ਲਾ ਸਕਿਆ। ਉਹ ਜਿਸ ਦਿਨ ਉਹ ਰੁਮਾਲਾ ਲੱਗਿਆ ਨਾ, ਉਦੋਂ ਇੱਕ ਪਿਆਰਾ ਮਿਲਿਆ, ਸਹਿਜਧਾਰੀ ਸੀ, ਉਹ ਮਿਲਿਆ, ਕਹਿੰਦਾ ਅੱਜ ਮੇਰੀ ਬਾਬੇ ਨੇ ਇੱਛਾ ਪੂਰੀ ਕਰਤੀ। ਮੈਂ ਕੀ ਹੋ ਗਿਆ? ਕਹਿੰਦਾ ਮੈਂ ਘਰੋਂ ਕਈ ਦਿਨਾਂ ਦਾ ਸੋਚੀ ਜਾਂਦਾ ਸੀ ਵੀ ਮੈਂ ਇਸ ਨਵੇਂ ਕਾਰਜ ਨੂੰ ਹੱਥ ਤਾਂ ਪਾਵਾਂਗਾ। ਉਹ ਕਹਿੰਦਾ ਮੈਂ ਰੋਜ਼ ਬਸ ਜਿਵੇਂ ਕਿਸੇ ਦਾ ਮਨ ਹੁੰਦਾ ਨਾ, ਕੋਈ 4 ਪੰਕਤੀਆਂ ਨੂੰ ਹੁਕਮਨਾਮਾ ਸਮਝ ਲੈਂਦਾ, ਕੋਈ 1 ਪੰਕਤੀ ਨੂੰ ਸਮਝ ਲੈਂਦਾ। ਚਲੋ ਜਿਹੜੇ ਸਿੱਖ ਆ ਉਹਨਾਂ ਨੂੰ ਪਤਾ ਵੀ ਹੁਕਮਨਾਮਾ ਤਾਂ ਪੂਰਾ ਸ਼ਬਦ ਹੁੰਦਾ। ਉਹ ਕਹਿੰਦਾ ਮੈਂ ਆਪਣੇ ਮਨ 'ਚ ਠਾਣੀ ਵੀ ਗੁਰੂ ਸਾਹਿਬ ਤੇਰਾ ਹੁਕਮ ਹੋਏਗਾ ਤੇ ਮੈਂ ਕੰਮ ਸ਼ੁਰੂ ਕਰਾਂਗਾ। ਤੇ ਹੁਕਮ ਉਹਨੇ ਮੰਨ ਲਿਆ, ਆਪਣੇ ਮਨ ਹੀ ਮਨ ਮੰਨ ਲਿਆ ਵੀ ਜੇ ਤੂੰ ਮੈਨੂੰ ਇਹ ਪੰਕਤੀ ਦੇ ਦੇਂਗਾ। ਉਸ ਦਿਨ ਅਸੀਂ ਰੁਮਾਲਾ ਲਾ ਦਿੱਤਾ, ਬਾਏ ਚਾਂਸ ਉਹਨੇ ਪੰਕਤੀ ਪੜ੍ਹੀ ਤੇ ਆਪਣਾ ਕੰਮ ਸ਼ੁਰੂ ਕੀਤਾ। ਤੇ ਉਹਨੇ ਸਾਡੇ ਨਾਲ ਗੱਲ ਕੀਤੀ, ਕਹਿੰਦਾ ਅੱਜ ਮੇਰਾ ਮਨ ਬੜਾ ਖੁਸ਼ ਹੈ, ਮੈਂ ਅਰਦਾਸ ਕੀਤੀ ਸੀ। ਮੈਂ ਕਿਹਾ ਤੂੰ ਤਾਂ ਅਰਦਾਸ ਕੀਤੀ ਸੀ ਪਰ ਤੇਰੀ ਅਰਦਾਸ ਨੇ ਸਾਨੂੰ ਦੋਵਾਂ ਨੂੰ ਲੜਾਤਾ ਸੀ, ਕਿਉਂਕਿ ਰੁਮਾਲਾ ਤੇ ਹੁਣ ਪਤਾ ਨਹੀਂ ਨਾ ਵੀ ਦੂਜੇ ਦਿਨ ਤੇ ਕਿਉਂ ਜਾ ਪਿਆ। ਮੈਂ ਫੇਰ ਬੇਨਤੀ ਕਰਦਿਆਂ ਆਪਾਂ ਗੱਲ ਕਰਾਂਗੇ ਸਿਰਫ ਭਾਵਨਾ ਦੀ। ਜਿਸ ਦਾ ਖਿਆਲ ਹੈ, ਤਰਕ ਬੁੱਧੀ ਹੈ, ਜਿਸ ਦੇ ਮਨ ਵਿੱਚ ਭਾਵ ਤੇ ਭਾਵਨਾ ਨਹੀਂ। ਮੇਰੇ ਕੋਲੇ ਕਿਸੇ ਦੇ ਸਵਾਲ ਦਾ ਕੋਈ ਜਵਾਬ ਨਹੀਂ ਹੈ। ਕਿਉਂ?
ਕਿਉਂਕਿ ਮੇਰੇ ਸਵਾਲਾਂ ਦੇ ਜਵਾਬ ਦੇਣ ਵਾਲਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬੈਠਾ। ਜਦੋਂ ਇਹ ਜਵਾਬ ਦਿੰਦਾ ਹੈ, ਜਦੋਂ ਇਹ ਬੋਲਦਾ ਹੈ, ਯਾਦ ਰੱਖਿਓ ਪੰਡਤ ਚੜ ਕੇ ਆਇਆ, ਕਹਿਣ ਲੱਗਾ ਮੇਰੇ ਸਾਹਮਣੇ ਕਰੋ। ਇਹ 7 ਸਾਲ ਦਾ ਬਾਲਕ ਮੇਰਾ ਕੀ ਮੁਕਾਬਲਾ ਕਰੇਗਾ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਉਹ ਜਾ ਪਰੇ, ਉਹਨੂੰ ਲੈ ਕੇ ਆ ਜਿਹੜਾ ਗੂੰਗਾ ਤੇ ਬੋਲਾ ਹੈ, ਮੈਨੂੰ ਵੀ ਉਹਦਾ ਪੁੱਤਰ ਨਾ ਆਖੀ ਜੇ ਮੈਂ ਇਹਦੇ ਤੋਂ ਨਾ ਬੁਲਾ ਸਕਿਆ ਤਾਂ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਕੀਤਾ, ਕਰਕੇ ਵਿਖਾਇਆ। ਇੱਥੇ ਗੱਲ ਖੇਡ ਭਾਵਨਾ ਤੇ ਪਿਆਰ ਦੀ। ਜੇ ਭਾਵਨਾ ਹੈ, ਜੇ ਪਿਆਰ ਹੈ, ਜੇ ਸ਼ਰਧਾ ਹੈ, ਤੇ ਨਾਨਕ ਸੇ ਉਹਨੇ ਫਿਰ ਕੀ ਕੀਤਾ, ਲਹਿਨੇ ਸੇ ਅੰਗਦ, ਅੰਗਦ ਸੇ ਖੁਦਾ ਕਰ ਦਿਆ। ਜੇ ਉਹ ਆਪਣੇ ਅੰਗ ਲਾ ਲਵੇ ਨਾ ਲਹਿਣੇ ਨੂੰ ਤੇ ਉਹਨੂੰ ਅੰਗਦ ਬਣਾ ਦਿੰਦਾ ਹੈ, ਅੰਗਦ ਤੋਂ ਖੁਦਾ ਕਰ ਦਿੱਤਾ। ਯਾਦ ਰੱਖਿਓ ਗੁਰੂ ਮਹਾਰਾਜ ਬਾਣੀ ਦੇ ਵਿੱਚ ਆਖਦੇ ਆ, ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ। ਜਿਨ੍ਹਾਂ ਨੇ ਸੱਚ ਕਰਕੇ ਧਿਆਇਆ ਉਹਨਾਂ ਦੇ ਇਹ ਕਿਰਪਾ ਹੋਈ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਸੇਵਾ ਕਰਨ ਵਾਲੇ ਸੀ ਉਹਨਾਂ ਨੇ ਗੁਰੂ ਦੇ ਮਹਿਲਾਂ ਦਾ ਹੀ ਹੱਕ ਪ੍ਰਾਪਤ ਕਰ ਲਿਆ। ਹੁਣ ਇੱਥੇ ਮੈਂ ਬੇਨਤੀ ਕਰ ਰਿਹਾ ਸਾਂ, ਖੂਨ ਦੀ ਗੱਲ ਨਹੀਂ, ਪੁਸ਼ਤੈਨੀ ਘਰ ਨਹੀਂ ਹੈ ਵੀ ਇਹ ਪੁਸ਼ਤਾਂ ਨਾਲ ਚੱਲੇਗਾ। ਇੱਥੇ ਜੇਠੇ ਪੁੱਤਰ ਨੂੰ ਗੱਦੀ ਦਿੱਤੀ ਜਾਏਗੀ, ਨਹੀਂ ਨਹੀਂ। ਇੱਥੇ ਸੱਚ ਵੇ, ਜੇ ਬਾਬਾ ਅਮਰੂ ਆ ਗਿਆ, ਜਿਹਨੂੰ ਲੋਕ ਨਥਾਵਾ ਕਹਿੰਦੇ ਸੀ, ਜਿਹਨੂੰ ਲੋਕ ਨਿਗੁਰਾ ਕਹਿੰਦੇ ਸੀ, ਜਿਹਦੇ ਹੱਥਾਂ ਦਾ ਲੋਕ ਪਾਣੀ ਨਹੀਂ ਸੀ ਪੀਣਾ ਚਾਹੁੰਦੇ, ਜਦੋਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਉਸ ਨੂੰ ਆਪਣੇ ਗੱਲ ਨਾਲ ਲਾਇਆ, ਅੱਜ ਕੜਾਹ ਪ੍ਰਸ਼ਾਦ ਦੀ ਦੇਗ ਹੀ ਤਾਂ ਪ੍ਰਵਾਨ ਹੁੰਦੀ ਹੈ ਜੇ ਆਨੰਦ ਸਾਹਿਬ ਪੜਿਆ ਜਾਂਦਾ ਤਾਂ। ਇਹ ਕਿਰਪਾ ਗੁਰੂ ਸਾਹਿਬ ਦੀ। ਗੁਰੂ ਸਾਹਿਬ ਨੇ ਫਿਰ ਜੇਠੇ ਨੂੰ ਆਪਣੀ ਗੱਲ ਨਾਲ ਲਾ ਲਿਆ। ਭਾਈ ਜੇਠਾ ਸਾਹਿਬ, ਮੈਂ ਬੇਨਤੀ ਕਰਦਿਆਂ, ਆਪਾਂ ਤਕਰੀਬਨ ਸੁਣਿਆ ਹੁੰਦਾ ਪਰ ਆਪਾਂ ਉਸ ਦੇ ਨਿਚੋੜ ਵਿੱਚ ਜਾਣਾ ਹੈ। ਐਜ਼ ਪਰ ਐਂਡ ਆਫ ਪੁਆਇੰਟ ਮੋਰਲ ਕੀ ਹੈ ਉਸ ਚੀਜ਼ ਦਾ, ਕਨਕਲੂਜਨ ਕੀ ਹੈ, ਆਪਾਂ ਪ੍ਰਾਪਤ ਕੀ ਕਰਨਾ ਹੈ, ਉੱਥੇ ਜਾਣਾ ਆਪਾਂ। ਭਾਈ ਜੇਠਾ ਸਾਹਿਬ ਦਾ ਮੈਂ ਬਚਪਨ ਬੇਨਤੀ ਕਰਾਂ, ਇਦਾਂ ਦਾ ਬਚਪਨ ਹੋ ਗਿਆ ਸੀ ਭਾਈ ਜੇਠਾ ਸਾਹਿਬ ਦਾ, ਮਾਂ ਸਿਰ ਤੇ ਨਹੀਂ ਰਹੀ, ਪਿਓ ਸਿਰ ਤੇ ਨਹੀਂ ਰਿਹਾ, ਯਤੀਮ ਹੋ ਗਿਆ ਜੀ ਬੱਚਾ। ਮੇਰੀ ਬੇਨਤੀ ਨੂੰ ਸਮਝਿਓ, ਅੱਜ ਦਾ ਸਮਾਂ ਕੁਝ ਹੋਰ ਹੈ। ਉਹਨਾਂ ਵੇਲਿਆਂ 'ਚ ਜਾ ਕੇ ਦੇਖੋ, ਬਜ਼ੁਰਗਾਂ ਨੂੰ ਪਤਾ ਹੋਏਗਾ, ਲੋਕੀ ਉਹਨਾਂ ਨੂੰ ਅਭਾਗਾ ਸੱਦਣ ਲੱਗ ਪੈਂਦੇ ਸੀ ਵੀ ਇਹ ਬਦਕਿਸਮਤ ਹੈ, ਅਭਾਗਾ ਹੈ। ਭਾਈ ਜੇਠਾ ਸਾਹਿਬ ਨਾਲ ਆਪਣੇ ਨਿਆਣਿਆਂ ਨੂੰ ਖੇਡਣ ਨਹੀਂ ਸੀ ਦਿੰਦੇ। ਕਹਿੰਦੇ ਹੁੰਦੇ ਸੀ, ਜੇਠਿਆ ਚਲਾ ਜਾ, ਜੇ ਤੇਰਾ ਪਰਛਾਵਾਂ ਕਿਤੇ ਸਾਡੇ ਨਿਆਣਿਆਂ ਤੇ ਪੈ ਗਿਆ, ਤੂੰ ਕਲੈਣਾ, ਤੂੰ ਤੇ ਏਦਾਂ, ਤੂੰ ਉਦਾਂ, ਤੂੰ ਸਾਡੇ ਨਿਆਣਿਆਂ ਨਾਲ ਨਾ ਖੇਡ, ਕਿਤੇ ਤੇਰਾ ਪਰਛਾਵਾਂ ਸਾਡੇ ਨਿਆਣਿਆਂ ਤੇ ਪੈ ਗਿਆ, ਇਹ ਕਲੈਣੀ ਸਾਡੇ ਘਰ ਨਾਲ ਗੱਲ ਵੜ ਜਾਏ। ਇਸ ਕਰਕੇ ਉਹਨੂੰ ਖੇਡਣ ਵੀ ਨਹੀਂ ਸੀ ਦਿੱਤਾ ਜਾਂਦਾ ਜੀ। ਅੱਜ 4 ਘੰਟੇ 8 ਘੰਟੇ 10 ਘੰਟੇ ਲੱਗਦੇ ਆ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਦਰ ਤੇ 1 ਸਕਿੰਟ ਮੱਥਾ ਰੱਖਣ ਵਾਸਤੇ। ਇਹ ਇੱਥੇ ਭਾਵਨਾ ਨਾਲ ਆਇਆ ਜਾਂਦਾ, ਹੈਂਕੜ ਲੈ ਕੇ ਨਹੀਂ ਆਇਆ ਜਾਂਦਾ। ਪਿਛਲੇ ਦਿਨੀ ਉਹ ਤੁਸੀਂ ਵੀਡੀਓ ਵੀ ਵੇਖ ਲਈ, ਮੈਂ ਬੇਨਤੀ ਕੀਤੀ ਸੀ, ਇਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਦਾਰੇ ਬੀਬੀ, ਐਵੇਂ ਨਾ ਆਪਣੀ ਸਿਆਣਪ ਲਈ ਫਿਰ ਕਿੱਡੀ ਕਾਂ ਤੂੰ ਕੀ ਹੈ, ਕੀ ਚੀਜ਼ ਹੈ। ਇੱਥੇ ਤੇ ਭਿਖਾਰੀ ਆਉਂਦੇ ਨੇ, ਸਿਰ ਝੁਕਾਉਂਦੇ ਨੇ, ਬਾਦਸ਼ਾਹ ਬਣ ਜਾਂਦੇ ਨੇ। ਯਾਦ ਰੱਖੀ, ਇਸ ਦਰ ਤੇ ਬਾਦਸ਼ਾਹ ਚੜ ਕੇ ਆਏ ਤੇ ਗੁਰੂ ਦੇ ਸਿੱਖਾਂ ਨੇ ਧੜ ਉਹਨਾਂ ਦੇ ਵੱਖਰੇ ਤੇ ਸਿਰ ਉਹਨਾਂ ਦੇ ਵੱਖਰੇ ਕਰ ਦਿੱਤੇ ਸੀ। ਇਹ ਘਰ ਉਹ ਹੈ ਜਿੱਥੇ ਭਿਖਾਰੀ ਚੱਲ ਕੇ ਆਉਂਦਾ ਤੇ ਬਾਦਸ਼ਾਹ ਬਣ ਜਾਂਦਾ, ਜਿੱਥੇ ਭਿਖਾਰੀ ਭਾਵਨਾ ਨਾਲ ਸਿਰ ਝੁਕਾਏ ਤੇ ਦੁਨੀਆ ਦਾ ਬਾਦਸ਼ਾਹ ਬਣ ਜਾਂਦਾ ਹੈ। ਤੇ ਇੱਥੇ ਜੇ ਕੋਈ ਬਾਦਸ਼ਾਹ ਚੜ ਕੇ ਆਏ ਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਐਸੀ ਕਲਾ ਵਾਪਰਦੀ ਹੈ, ਉਹ ਬਾਦਸ਼ਾਹ ਦੀ ਸਲਤਨਤ ਮਿੱਟੀ ਦੇ ਵਿੱਚ ਰੁਲ ਜਾਂਦੀ ਹੈ। ਮੇਰੇ ਕਹਿਣ ਦੀ ਗੱਲ ਨਹੀਂ, ਮੇਰੇ ਕਹਿਣ ਦੀ ਗੱਲ ਨਹੀਂ, ਮੈਂ ਤੇ ਸੁਣਾਉਣ ਵਾਲਾ। ਬੜਾ ਕੁਝ ਹੋਇਆ, 5 ਵਾਰ ਹੋ ਗਿਆ, 5 ਵਾਰ ਹਰਮੰਦਰ ਤੇ ਫੇਰ ਉਦਾਂ ਹੀ ਲਿਸ਼ਕਾਂ ਪਿਆ ਮਾਰਦਾ, ਪਰ ਜਿਹੜੇ ਚੜ ਕੇ ਆਏ ਸੀ ਉਹਨਾਂ ਦਾ ਕਿਤਾਬਾਂ ਵਿੱਚੋਂ ਵੀ ਨਾਂ ਮਿਟ ਗਿਆ। ਇਸ ਕਰਕੇ ਗੱਲ ਸਿਰਫ ਭਾਵਨਾ ਦੀ ਹੈ। ਔਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਜੀਵਨ ਹੀ ਭਾਵਨਾ ਨੂੰ ਸਮਰਪਿਤ ਹੈ, ਪਿਆਰ ਨੂੰ, ਮੁਹੱਬਤ ਨੂੰ ਸਮਰਪਿਤ ਹੈ। ਮਹਾਰਾਜ ਸਾਹਿਬ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਪਿਆਰੇ ਬੋਲ ਹੈ। ਮਹਾਰਾਜ ਸਾਹਿਬ ਕਹਿੰਦੇ, ਸੇਵਾ ਕਰਤ ਹੋਏ ਨਿਹਕਾਮੀ। ਨਿਹਕਾਮਤਾ ਆਵੇ ਤੇਰੇ ਮਨ ਵਿੱਚ, ਮੈਂ, ਮੇਰੀ, ਇਹ ਉਹ ਕੁਛ ਨਾ ਲੈ ਕੇ ਆਈ। ਗੁਰੂ ਘਰ ਆਪਣਾ ਅਹੁਦਾ ਨਾ ਲੈ ਕੇ ਆਈ। ਇੱਥੇ ਆਪਾਂ ਅਹੁਦਾ ਲੈ ਕੇ ਆਵਾਂਗੇ। ਮੰਨ ਲਓ, ਇੱਕ ਗੱਲ ਨੂੰ ਸਮਝਣ ਦਾ ਯਤਨ ਕਰਿਓ।
ਇੱਥੇ ਅਹੁਦਾ ਲੈ ਕੇ ਨਹੀਂ ਆਈਦਾ, ਇੱਥੇ ਅਹੁਦਾ ਬਣਾਉਣ ਆਈਦਾ। ਇੱਥੇ ਬਾਦਸ਼ਾਹ ਬਣ ਕੇ ਨਹੀਂ ਆਈਦਾ, ਇੱਥੋਂ ਬਾਦਸ਼ਾਹ ਬਣ ਕੇ ਜਾਈਦਾ। ਹੁਣ ਮਰਜ਼ੀ ਸਾ ਤੁਹਾਡੀ ਤੇ ਮੇਰੀ, ਆਪਾਂ ਕੀ ਕਰਨਾ ਹੈ ਇੱਥੇ। ਇੱਥੇ ਗਿਆਨੀ ਬਣ ਕੇ ਨਹੀਂ ਆਏ, ਇੱਥੋਂ ਗਿਆਨੀ ਬਣ ਕੇ ਨਿਕਲਣ ਵਾਸਤੇ ਆਇਆ। ਵੀ ਮਹਾਰਾਜ ਐਸੀ ਦਇਆ ਕਰ, ਬੋਲਾਂ 'ਚ ਐਸੀ ਰਹਿਮਤ ਕਰ ਦੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਕਿਰਪਾ ਕਰ, ਰਹਿਮਤ ਕਰ। ਅਸੀਂ ਵੀ ਛੱਜੂ ਝੀਰ ਵਰਗੇ ਹੀ ਹਾਂ, ਕੀ ਹੋ ਗਿਆ ਸਾਡੇ ਜ਼ੁਬਾਨ ਲੱਗੀ ਏ, ਹੈ ਤੇ ਅਸੀਂ ਵੀ ਗੁੰਗੇ ਬੋਲੇ, ਸਾਨੂੰ ਪਤਾ ਹੀ ਨਹੀਂ ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਅੱਜ ਤੇਰੇ ਦਰ ਤੇ ਬੈਠਣ ਦਾ ਸੁਭਾਗ ਮਿਲਿਆ, ਤੂੰ ਆਪਣੀ ਛੜੀ ਰੱਖੀ, ਅੱਜ ਰੱਖੀ ਤੇ ਮੁੜ ਕੇ ਚੁੱਕੀ ਨਾ ਫਿਰ ਕਦੇ। ਰੱਖੀ ਰੱਖੀ, ਕਿਰਪਾ ਕਰੀ ਰੱਖੀ। ਜਦੋਂ ਗੁਰੂ ਸਾਹਿਬ ਬੁਲਾਉਂਦੇ ਆ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਨਾ ਉਹਨਾਂ ਨੇ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਸੰਗਤਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਸਾਡੇ ਉੱਤੇ ਰਹਿਮਤ ਕਰੋ, ਸੁਖਮਨੀ ਸਾਹਿਬ ਦੇ ਅਰਥ ਕਥਾ ਸੁਣਾ ਦਿਓ ਆਪ ਜੀ। ਮਹਾਰਾਜ ਸਾਹਿਬ ਨੇ ਕਥਾ ਸਰਵਣ ਕਰਾਈ ਸਾਰੀ ਸੰਗਤ ਨੂੰ। ਸੰਗਤ ਦਾ ਬਚਨ ਮੰਨ ਕੇ, ਬੇਨਤੀ ਮੰਨ ਕੇ ਜਦੋਂ ਕਥਾ ਦੀ ਸਮਾਪਤੀ ਹੋਈ, ਸੰਗਤ ਨੇ ਬਹੁਤ ਪਿਆਰ ਨਾਲ ਮਹਾਰਾਜ ਸਾਹਿਬ ਨੂੰ ਹੱਥ ਜੋੜੇ, ਸ਼ੁਕਰ ਕੀਤਾ। ਔਰ ਸ਼ੁਕਰ ਕਰਦਿਆਂ ਬੋਲ ਆਖੇ, ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਸੀਂ ਸਾਨੂੰ ਸਹੀ ਅਰਥ ਸੁਣਾ ਦਿੱਤੇ ਆ ਸੁਖਮਨੀ ਸਾਹਿਬ ਜੀ ਦੇ। ਮਹਾਰਾਜ ਨੇ ਉਹਨਾਂ ਦੀ ਬਚਨਾਂ ਨੂੰ ਸੁਣਿਆ ਤੇ ਭਾਵਪੂਰਤਕ ਅਵਸਥਾ ਵਿੱਚ ਚਲੇ ਗਏ, ਬੋਲੇ ਨਾ ਕੁਝ। ਸੰਗਤ ਨੇ ਫੇਰ ਸਵਾਲ ਕੀਤਾ, ਮਹਾਰਾਜ ਕੋਈ ਗੁਸਤਾਖ ਵਚਨ ਹੋ ਗਿਆ, ਕੁਝ ਗਲਤ ਕਹਿ ਦਿੱਤਾ ਆਪ ਜੀ ਨੂੰ? ਮਹਾਰਾਜ ਸਾਹਿਬ ਕਹਿੰਦੇ ਹਾਂ ਬਿਲਕੁਲ ਕਹਿ ਦਿੱਤਾ। ਮਹਾਰਾਜ ਸਾਹਿਬ ਕੀ ਗੁਸਤਾਖ, ਕੀ ਗਲਤੀ, ਕੀ ਕਿਹੜਾ ਐਸਾ ਬਚਨ ਕਹਿ ਦਿੱਤਾ? ਮਹਾਰਾਜ ਸਾਹਿਬ ਅੱਗੋਂ ਹੱਥ ਜੋੜ ਕੇ ਕਹਿੰਦੇ ਕਿ ਭਾਈ ਇਹ ਬਾਣੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਹੈ ਤੇ ਇਹਦੇ ਸਹੀ ਅਰਥ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹੀ ਕਰ ਸਕਦੇ, ਮੈਂ ਨਹੀਂ ਕਰ ਸਕਦਾ। ਇਸ ਕਰਕੇ ਇਹ ਸਾਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਅਸੀਂ ਤੇ ਸਿਰਫ ਬੋਲਣ ਵਾਲੇ ਹਾਂ, ਪਰ ਅਸਲ ਵਿੱਚ ਉਹ ਬੁਲਾਏਗਾ ਤੇ ਤਦੇ ਬੋਲਾਂਗੇ। ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਉਹਨਾਂ ਨੂੰ ਸੁਆਮੀ ਮਿਲ ਜਾਂਦਾ, ਸੁਆਮੀ ਅਕਾਲ ਪੁਰਖ ਰੱਬ ਪਰਮੇਸ਼ਰ ਮਿਲ ਪੈਂਦਾ। ਜਿਨ੍ਹਾਂ ਨੇ ਮਨ ਵਿੱਚ ਨਿਹਕਾਮਤਾ ਆ ਜਾਂਦੀ ਹੈ, ਨਿਹਕਾਮਤਾ ਦਾ ਭਾਵ ਹੈ ਵੀ ਮੈਂ ਕੁਝ ਨਹੀਂ ਆ, ਜੋ ਕੁਝ ਆ ਤੂੰ ਹੀ ਤੂੰ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬੜੇ ਪਿਆਰੇ ਬਚਨ ਆ। ਮਹਾਰਾਜ ਸਾਹਿਬ ਕਹਿੰਦੇ ਆ, ਜਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ, ਗਿਰੇ ਹਰੀ ਨਿਭੇ ਹਰੀ, ਛਿਤਾ ਹਰੀ ਗੁਫਾ ਹਰੀ। ਅੱਗੇ ਜਾ ਕੇ ਮਹਾਰਾਜ ਸਾਹਿਬ ਕਹਿੰਦੇ ਆ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਮੈਂ ਨਹੀਂ ਆ ਕੁਝ। ਜਿਸ ਦਿਨ ਅੰਦਰੋਂ ਮੈਂ ਮਿਟ ਗਈ ਫੇਰ ਰੱਬ ਪ੍ਰਗਟ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਬਾਣੀ ਵਿੱਚ ਕਹਿ ਰਿਹਾ, ਮਹਾਰਾਜ ਸਾਹਿਬ ਕਹਿੰਦੇ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ। ਹੁਣ ਮੇਰੇ ਚ ਹੂੰ ਨਹੀਂ ਰਹਿ ਗਈ, ਹੂੰ ਦਾ ਭਾਵ ਹੰਕਾਰ, ਈਗੋ ਮੇਰੇ ਚੋਂ ਖਤਮ ਹੋ ਗਈ। ਹੁਣ ਇੱਕ ਕਲਾ ਵਾਪਰੀ ਮਹਾਰਾਜ, ਪਹਿਲਾਂ ਮੇਰੇ ਚ ਹੰਕਾਰ ਸੀ, ਮੇਰੇ ਚ ਹੰਗਤਾ ਸੀ, ਮੇਰੇ ਚ ਮੈਲ ਸੀ, ਮੈਨੂੰ ਵੈਰੀ ਤੇ ਵਿਰੋਧੀ ਨਜ਼ਰ ਪੈਂਦੇ ਸੀ। ਪਰ ਜਦੋਂ ਦਾ ਮੇਰੇ ਅੰਦਰੋਂ ਇਹ ਆਪਾ ਮਿਟ ਗਿਆ, ਹੰਗਤਾ ਮਿਟ ਗਈ, ਮੇਰੇ ਤੇ ਇੱਕ ਕਿਰਪਾ ਹੋਈ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਹੁਣ ਮੈਂ ਜਿੱਧਰ ਵੀ ਵੇਖਦਾ, ਜਤ ਦਾ ਅਰਥ ਹੈ ਜਿੱਧਰ ਵੀ, ਐਨੀਵੇਅਰ, ਜਿੱਧਰ ਜਿਹੜੇ ਪਾਸੇ ਵੀ ਮੈਂ ਨਜ਼ਰ ਘੁਮਾਉਣਾ, ਮਹਾਰਾਜ ਸਾਹਿਬ ਮੈਨੂੰ ਤੇਰੇ ਹੀ ਦਰਸ਼ਨ ਹੁੰਦੇ ਆ। ਇਸ ਕਰਕੇ ਮੈਂ ਹੁਣ ਹਰ ਵੇਲੇ ਕਹਿਣਾ ਚਾਹੁੰਦਾ, ਸਤਨਾਮ ਸ਼੍ਰੀ, ਸਤਨਾਮ ਸ਼੍ਰੀ। ਹੁਣ ਮੈਂ ਆਪਣੀ ਜ਼ੁਬਾਨ ਨੂੰ ਇਹ ਜਪਣਾ ਚਾਹੁੰਦਾ। ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚੋਂ ਆਹ ਸਭ ਤੋਂ ਸਿੱਖਿਆ ਪਿਆਰੀ ਮਿਲਦੀ ਹੈ ਵੀ ਸਿੱਖਾ ਕੁਝ ਹਾਸਲ ਕਰਨਾ ਨਾ ਤੇ ਹੁਕਮ ਦਾ ਪਾਬੰਦ ਹੋ ਜਾ। ਹੁਕਮ ਦਾ ਕੈਸਾ ਪਾਬੰਦ? ਹੁਕਮ ਦਾ ਐਸਾ ਪਾਬੰਦ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਬਾ ਲਖਮੀ ਚੰਦ, ਬਾਬਾ ਸ਼੍ਰੀ ਚੰਦ ਸਾਹਿਬ ਸੰਗਤ ਨੂੰ ਦੱਸਣ ਤੇ ਸਮਝਾਉਣ ਵਾਸਤੇ ਉਹਨਾਂ ਨੂੰ ਆਖਿਆ। ਕਹਿੰਦੇ ਅੱਧੀ ਰਾਤ ਹੋਈ, ਅੱਧੀ ਰਾਤ ਦੇ ਵੇਲੇ ਉਹਨਾਂ ਨੂੰ ਗਿੱਲਾ ਕੱਪੜਾ ਫੜਾ ਕੇ ਕਹਿਣ ਲੱਗੇ, ਪੁੱਤਰ ਜਾਓ ਬਾਹਰ ਧੁੱਪ 'ਚ ਇਹਨੂੰ ਸੁਕਾ ਕੇ ਲੈ ਕੇ ਆਓ। ਅੱਗੋਂ ਦੋਵੇਂ ਭਰਾਵਾਂ ਦਾ ਜਵਾਬ ਸੀ, ਬਾਬਾ ਕਿਹੜੀ ਗੱਲ ਕਹਿਣ ਡਿਆ, ਕੀ ਕਹਿ ਰਿਹਾ, ਕੀ ਹੋ ਗਿਆ ਤੈਨੂੰ? ਤੈਨੂੰ ਪਤਾ ਨਹੀਂ ਬਾਹਰ ਹਨੇਰਾ? ਬਾਹਰ ਇਸ ਵੇਲੇ ਅਸਮਾਨ ਦੇ ਵਿੱਚ ਸੂਰਜ ਨਹੀਂ, ਚੰਦਰਮਾ ਚਮਕਦਾ ਪਿਆ ਤੇ ਚੰਦਰਮਾ ਦੀਆਂ ਰਿਸ਼ਮਾਂ ਦੇ ਨਾਲ ਠੰਡ ਮਿਲ ਸਕਦੀ ਹੈ। ਉਹ ਚ ਇੰਨੀ ਗਰਮੈਸ਼ ਨਹੀਂ ਕਿ ਕੱਪੜਾ ਸੁੱਕ ਜਾਏ।
ਮਹਾਰਾਜ ਸਾਹਿਬ ਕਹਿੰਦੇ ਅੱਛਾ, ਸ਼ਾਇਦ ਸਾਨੂੰ ਭੁਲੇਖਾ ਲੱਗ ਗਿਆ। ਬਚਨ ਨਹੀਂ ਬਦਲੇ, ਸ਼ਬਦ ਨਹੀਂ ਬਦਲੇ, ਅੱਖਰ ਨਹੀਂ ਬਦਲੇ। ਲੈਣੇ ਨੂੰ ਕਹਿਣ ਲੱਗੇ, ਲੈਣਿਆ ਇਸ ਕੱਪੜੇ ਦੀ ਮੈਨੂੰ ਅਤਿਅੰਤ ਜ਼ਰੂਰਤ ਹੈ, ਜਾ ਬਾਹਰ ਧੁੱਪੇ ਸੁਕਾ ਕੇ ਲੈ ਕੇ ਆ। ਲੈਣੇ ਨੇ ਫੜਿਆ, ਹੱਥ ਜੋੜੇ, ਸਿਰ ਝੁਕਾਇਆ, ਤੁਰ ਪਿਆ ਬਾਹਰ ਨੂੰ। ਦੋਵਾਂ ਨੇ, ਭਰਾਵਾਂ ਨੇ ਇੱਕੋ ਆਵਾਜ਼ ਵਿੱਚ ਆਖਿਆ, ਤੂੰ ਵੀ ਕਮਲਾ ਹੋ ਗਿਆ, ਤੂੰ ਵੀ ਪਾਗਲ ਹੋ ਗਿਆ। ਬਾਬਾ ਬਾਹਰ ਨਹੀਂ ਗਿਆ, ਪਰ ਤੈਨੂੰ ਤੇ ਪਤਾ ਹੈ ਨਾ ਬਾਹਰ ਹਨੇਰਾ, ਬਾਹਰ ਰਾਤ ਹੈ। ਉਹ ਕਹਿਣ ਲੱਗਾ, ਮੈਨੂੰ ਪਤਾ ਬਾਹਰ ਹਨੇਰਾ ਹੈ, ਬਾਹਰ ਰਾਤ ਹੈ, ਪਰ ਮੇਰੇ ਬਾਹਰ ਜਾਣ ਤੋਂ ਪਹਿਲਾਂ ਚਾਨਣਾ ਹੋ ਜਾਏਗਾ, ਕਿਉਂਕਿ ਮੇਰੇ ਬਾਬੇ ਨੇ ਕਹਿ ਦਿੱਤਾ ਹੈ ਕਿ ਇਹ ਕਰਾਮਾਤ ਨਹੀਂ ਹੁੰਦੀ। ਇਹਨੂੰ ਆਪਾਂ ਕਰਾਮਾਤ ਨਹੀਂ, ਵੀ ਇਹ ਕਰਾਮਾਤ ਕਿਤੇ, ਕਰਾਮਾਤ ਨਹੀਂ, ਇੱਕ ਕੌਤਕ ਗਿਣਿਆ ਜਾਂਦਾ, ਕੌਤਕ। ਆਪਾਂ ਤੇ ਬੈਠੇ ਹੀ ਉਸ ਥਾਂ ਤੇ ਆ ਜਿੱਥੇ ਦੁਨੀਆ ਦਾ ਅਜਬ ਕੌਤਕ ਵਾਪਰਿਆ। ਆਪਾਂ ਕਿਵੇਂ ਇਸ ਗੱਲ ਨੂੰ ਕਹਿ ਸਕਦੇ ਆ? ਕਹਿਣ ਲੱਗਾ ਵੀ ਮੈਨੂੰ ਪਤਾ ਬਾਹਰ ਹਨੇਰਾ ਹੈ, ਬਾਹਰ ਹਨੇਰਾ ਹੀ ਰਹਿਣਾ, ਮੈਨੂੰ ਪਤਾ ਬਾਹਰ ਚੰਦ ਹੈ, ਪਰ ਮੈਂ ਤੈਨੂੰ ਬੇਨਤੀ ਕਰਾਂ, ਲక్ష్ਮੀ ਚੰਦ, ਸ਼੍ਰੀ ਚੰਦ ਮੇਰੇ ਭਰਾ, ਮੈਨੂੰ ਪਤਾ ਬਾਹਰ ਚੰਦ ਹੈ, ਪਰ ਜੇ ਮੇਰੇ ਗੁਰੂ ਬਾਬੇ ਨੇ ਕਹਿਤਾ ਤੇ ਚੰਦ ਵੀ ਸੂਰਜ ਬਣ ਜਾਣਾ। ਚਿੰਤਾ ਨਾ ਕਰ, ਫਿਕਰ ਨਾ ਕਰ। ਜੇ ਉਹਨੇ ਆਖਿਆ ਤੇ ਕੱਪੜਾ ਸੁਕਾ ਕੇ ਲਿਆ ਤੇ ਮੈਂ ਬਾਹਰੋਂ ਸੁਕਾ ਕੇ ਲਿਆਉਂ। ਹੁਣ ਗੱਲ ਕੀ, ਇੱਥੇ ਆਪਣੀ ਸਿਆਣਪਣੀ ਜਤਾਈ ਦੀ, ਇੱਥੇ ਆਪਣੀ ਮੈਂ ਹੰਗਤਾ ਨਹੀਂ ਜਤਾਈ ਦੀ। ਮੈਨੂੰ ਪਤਾ ਮੈਂ ਸਿਆਣਾ, ਮੈਂ ਕਰ ਸਕਦਾ। ਜੇ ਅੱਗੋਂ ਮਹਾਰਾਜ ਨੇ ਕਹਿਤਾ ਚੰਗਾ ਫਿਰ ਕਰ ਲੈ ਜੋ ਤੂੰ ਕਰ ਸਕਦਾ। ਤੇ ਜਿਵੇਂ ਪਟਰਾਣੀ ਦੀ ਗੱਲ ਨੂੰ ਆਪਣੇ ਚਿੱਤ ਚੇਤੇ ਵਿੱਚ ਮੈਂ ਕਹਿੰਦਾ ਹਮੇਸ਼ਾ ਰੱਖਿਆ ਕਰੋ, ਹਮੇਸ਼ਾ ਆਪਣੇ ਚਿੱਤ ਚੇਤੇ ਵਿੱਚ ਰੱਖਿਆ ਕਰੋ। ਮਹਾਰਾਜ ਸਾਹਿਬ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਇੰਨਾ ਹੀ ਆਖਿਆ ਸੀ, ਪਟਰਾਣੀ ਅਸੀਂ ਤੇ ਤੇਰੀਆਂ ਪਰਖਾਂ ਚੋਂ ਪਾਸ ਹੋ ਗਏ, ਇਹ ਨਾਨਕ ਦਾ ਘਰ ਵੱਡਾ, ਪਰ ਜੇ ਨਾਨਕ ਨੇ ਪਰਖ ਪਾ ਦਿੱਤੀ ਰਾਣੀ, ਤੇਰੇ ਵਾਸਤੇ ਬੜੀ ਮੁਸ਼ਕਿਲ ਹੋ ਜਾਣੀ ਹੈ। ਗੁਰੂ ਨੂੰ ਅਰਦਾਸ ਕਰੋ, ਜੋ ਕਹੋਗੇ ਸੋ ਹੋ ਜਾਏਗਾ। ਉਹ ਮੈਂ ਇੱਕ ਬਚਨ ਬੇਨਤੀ ਸੁਣਾਈ ਸੀ, ਮੈਂ ਉਹਨੂੰ ਦੁਹਰਾਉਣਾ ਨਹੀਂ ਕਿਉਂਕਿ ਲੰਮਾ ਹੋ ਜਾਂਦੀ ਹੈ ਥੋੜੀ ਜੀ। ਮੈਂ ਦੇਰਾ ਇੱਥੇ ਨੈਨੀਤਾਲ ਗਏ ਸੀ ਅਸੀਂ, ਤੁਸੀਂ ਹੋ ਸਕਦਾ ਇੰਟਰਨੈਟ ਤੇ ਸੁਣੀ ਹੋਵੇ। ਉੱਥੇ ਰਕਸ਼ੇ ਵਾਲੇ ਨੇ ਸਾਨੂੰ ਗੱਲ ਸੁਣਾਈ ਤੇ ਮੈਂ ਉਹ ਸੰਗਤ ਦੇ ਦਰਮਿਆਨ ਰੱਖੀ ਸੀ, ਬੜੀ ਪਿਆਰ ਵਾਲੀ ਸੀ। ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਵੀ ਗੁਰੂ ਬਾਬੇ ਦਾ ਘਰ ਉਹ ਕੁਝ ਕਰਕੇ ਵਿਖਾ ਦਿੰਦਾ ਜੋ ਸਾਡੀ ਸੋਚ ਦੇ ਵਿੱਚ ਵੀ ਨਹੀਂ ਹੈ, ਜੋ ਸਾਡੇ ਜ਼ਿਹਨ ਦੇ ਵਿੱਚ ਵੀ ਨਹੀਂ। ਕਿ ਇਹ ਹੋ ਸਕਦਾ, ਇਹ ਹੋ ਸਕਦਾ ਜਾਂ ਹੋਏਗਾ? ਗੁਰੂ ਪਾਤਸ਼ਾਹ ਕਿਰਪਾ ਕਰੇਗਾ, ਇਹ ਹੋਏਗਾ ਹੀ ਹੋਏਗਾ। ਫਿਰ ਉਸ ਤੋਂ ਬਾਅਦ ਨਾ ਬੜਿਆਂ ਸੰਗਤਾਂ ਨੇ, ਗੁਰਮੁਖਾਂ ਨੇ ਫੋਨ ਕੀਤੇ, ਬੜਿਆਂ ਨੇ ਵੀ ਇਦਾਂ ਸਾਡੇ ਨਾਲ ਵਾਪਰਿਆ, ਇਦਾਂ ਸਾਡੇ ਨਾਲ ਵਾਪਰਿਆ, ਇਦਾਂ ਹੋਇਆ ਜੀ ਸਾਡੇ ਨਾਲ, ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਕਿਰਪਾ ਇਦਾਂ ਹੋਈ। ਬੜਿਆਂ ਗੁਰਮੁਖਾਂ ਨੇ ਦੱਸਿਆ ਆਪੋ ਆਪਣੀਆਂ ਕਥਾ ਕਹਾਣੀਆਂ। ਤੇ ਮੈਂ ਅਕਸਰ ਸਾਰਿਆਂ ਨੂੰ ਕਹਿੰਦਾ ਹੁੰਦਾ ਸੀ, ਮੈਨੂੰ ਇਹ ਗੱਲ ਇਸ ਕਰਕੇ ਚੰਗੀ ਤਰ੍ਹਾਂ ਸਮਝ ਹੈ, ਮੈਨੂੰ ਆਪਣਾ ਬਚਪਨ ਵੀ ਯਾਦ ਹੈ। ਉਹ ਬਚਪਨ ਮੈਨੂੰ ਯਾਦ ਹੈ ਜਦੋਂ ਅਸੀਂ ਸਾਈਕਲ ਦੇ ਟੁੱਟੇ ਟਾਇਰਾਂ ਨੂੰ ਡੰਡੇ ਦੇ ਨਾਲ ਘੁਮਾ ਘੁਮਾ ਕੇ ਸਾਰਾ ਪਿੰਡ ਗਾਹ ਦਿੰਦੇ ਸੀ। ਮੈਨੂੰ ਆਪਣਾ ਬਚਪਨ, ਮੈਂ ਕੋਈ ਬਹੁਤਾ ਵੱਡਾ ਨਹੀਂ, ਪਰ ਮੈਨੂੰ ਆਪਣੇ ਬਚਪਨ ਦੀ ਉਹ ਗੱਲ ਚੰਗੀ ਤਰ੍ਹਾਂ ਯਾਦ ਹੈ। ਸਾਡੇ ਮੂੰਹ ਤੇ ਧੂੜ ਮਿੱਟੀ, ਬਾਲ ਜੂੜਾ ਕਿਧਰੇ ਖਿੰਡਿਆ ਹੁੰਦਾ, ਪਤਾ ਪਛਾਣ ਚ ਨਹੀਂ ਸੀ ਆਉਂਦੇ। ਉਹ ਲੈ ਕੇ ਨਾ ਟੁੱਟਿਆ ਜਾਂ ਟਾਇਰ ਉਹ ਘਮਾਉਂਦੇ ਫਿਰਦੇ ਹੁੰਦੇ। ਤੇ ਮੈਂ ਗੁਰੂ ਦਾ ਸ਼ੁਕਰ ਕਿਉਂ ਨਾ ਕਰਾਂ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੂੰ ਮੈਨੂੰ ਗੱਡੀਆਂ 'ਚ ਘੁੰਮਣ ਜੋਗਾ ਜੋ ਕਰ ਦਿੱਤਾ। ਮੈਂ ਤੇ ਸਮਝ ਸਕਣਾ ਨਾ ਇਸ ਗੱਲ ਨੂੰ, ਮੈਂ ਤੇ ਇਸ ਕਰਕੇ ਚੰਗੀ ਤਰ੍ਹਾਂ ਸਮਝਦਾ ਕਿਉਂਕਿ ਮੈਂ ਉਹ ਪਿਓ ਦਾ, ਉਹ ਮਾਂ ਦਾ ਬੱਚਾ ਜਿਹੜੀ ਬਗਾਨੀ ਛੱਤ ਥੱਲੇ ਪੈ ਕੇ ਰੋਜ਼ ਕਹਿੰਦੀ ਸੀ ਕਿ ਮੈਂ ਇਹਨਾਂ ਬਗਾਨੀਆਂ ਛੱਤਾਂ ਥੱਲੇ ਸੌਣ ਜੋਗੀਆਂ। ਮੇਰਾ ਪਿਤਾ ਵੀ ਗ੍ਰੰਥੀ ਸੀ, ਜਿੱਥੋਂ ਉਹ ਪੜ੍ਹਿਆ ਉੱਥੇ ਹੀ ਮੈਨੂੰ ਉਹਨੇ ਪੜ੍ਹਨ ਭੇਜਿਆ। ਜੋ ਭਾਈ ਸਾਹਿਬ ਕਹਿ ਰਹੇ ਸੀ ਨਾ ਇੱਥੋਂ ਦੇ ਹੜ ਗ੍ਰੰਥੀ ਹੈ, ਉਹ ਅੱਜ ਪਤਾ ਲੱਗਿਆ ਵੀ ਅਸੀਂ ਤੇ ਗੁਰ ਭਾਈ ਆ, ਇੱਕੋ ਥਾਂ ਤੋਂ ਪੜ੍ਹੇ ਆ। ਉਹ ਰੋਜ਼ ਕਹਿੰਦੀ ਹੁੰਦੀ ਸੀ ਵੀ ਕੀ ਬਾਪੂ ਮੈਂ ਤੇਰੀ ਸੇਵਾ ਕਰਨੀ ਆ। ਉਹ ਵੀ ਕੀਰਤਨ ਵੀ ਕਰਦੀ ਮੇਰੀ ਮਾਤਾ ਤੇ ਗੁਰੂ ਸਾਹਿਬ ਦਾ ਪਾਠ ਵੀ ਕਰਦੀ। ਆਂਦੀ ਮੈਂ ਰੋਜ਼ ਕਹਿੰਦੀ ਸਾਂ ਵੀ ਅਸੀਂ ਇਹਨਾਂ ਕਿਰਾਏ ਦੀਆਂ ਛੱਤਾਂ, ਇਹਨਾਂ ਬਾਲੇ ਕੜੀਆਂ ਦੇ ਥੱਲੇ ਸੌਣ ਜੋਗੇ ਆ, ਤੇ ਪਤਾ ਹੀ ਨਹੀਂ ਲੱਗਿਆ ਗੁਰੂ ਬਾਪੂ ਤੂੰ ਘਰ ਦੇਂਗਾ ਤੇ ਦੇਂਗਾ ਵੀ ਐਡਾ ਵੱਡਾ। ਮੈਂ ਕਿਉਂ ਨਾ ਸਮਝਾਂ। ਇਸ ਕਰਕੇ ਗੱਲ ਸਿਰਫ ਭਾਵਨਾ ਦੀ ਹੈ। ਮੈਨੂੰ ਜਿਨ੍ਹਾਂ ਨੇ ਫੋਨ ਕੀਤਾ ਸੀ ਵੀਰਾਂ ਨੇ, ਉਹਨਾਂ ਨੇ ਆਖਿਆ ਸੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਪ੍ਰਸੰਗ ਰੱਖਿਓ, ਪਰ ਮੈਂ ਸੱਚ ਆਖਾਂ ਮੈਂ ਜਾਣ ਦਾ ਤੇ ਹੁਣ ਬੜਾ ਯਤਨ ਕਰ ਰਿਹਾ, ਮੈਂ ਯੂ ਟਰਨ ਲੈਣ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਉਧਰਲੀ ਬਾਤ ਸੁਣਾ ਦਿਆਂ, ਪਰ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ,
ਕੁਦਰਤ ਕਵਣ ਹਮਾਰੀ। ਹੁਣ ਜੋ ਪਾਤਸ਼ਾਹ ਗੁਰੂ ਮਹਾਰਾਜ ਬੁਲਾ ਰਿਹਾ ਉਹ ਆਪ ਜੀ ਸੁਣੀ ਜਾਇਓ। ਮਹਾਰਾਜ ਸਾਹਿਬ ਜੋ ਬਖਸ਼ਿਸ਼ ਕਰ ਰਹੇ ਆ। ਮੈਂ ਇੱਕ ਬੜੇ ਪਿਆਰ ਦੀ ਬੇਨਤੀ ਹੋਰ ਸਾਰੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਚੋਂ ਮੈਂ ਝਾਤ ਪਾਣੀ ਚਾਹੁੰਦਾ, ਕਿਉਂਕਿ ਤੁਹਾਡੇ ਲਈ ਮੇਰਾ ਆਉਣਾ ਇਦਾਂ ਹੋਏਗਾ ਵੀ ਆਪਾਂ ਕਥਾਵਾਚਕ ਨੂੰ ਸੱਦਿਆ, ਉਹਨਾਂ ਤੋਂ ਇਤਿਹਾਸ ਸੁਣਨਾ ਹੈ। ਪਰ ਮੈਂ ਬੇਨਤੀ ਕਰਾਂ, ਮੈਂ ਕਥਾਵਾਚਕ ਬਣ ਕੇ ਨਹੀਂ, ਮੈਂ ਤੇ ਇੱਥੇ ਸਿੱਖ ਬਣ ਕੇ, ਕਿਉਂਕਿ ਇੱਥੇ ਖਲੋ ਕੇ ਮੈਂ ਅਰਦਾਸ ਕਰਕੇ ਗਿਆ ਸਾਂ, ਮਹਾਰਾਜ ਕਦੇ ਸਮਾਂ ਮਿਲਿਆ ਸਟੇਜ ਤੇ ਬੈਠਣ ਦਾ ਮੌਕਾ ਦੇਈਂ। ਤੇ ਅੱਜ ਮੇਰੇ ਵਾਸਤੇ ਉਹ ਸਮਾਂ ਬਣਿਆ ਤੇ ਮੈਂ ਆਪਣੇ ਦਿਲ ਦੇ ਸਾਰੇ ਬਲਬਲੇ ਕੱਢ ਕੇ ਜਾਣਾ ਚਾਹੁੰਦਾ। ਜੋ ਜੋ ਮੈਨੂੰ ਲੱਗਦਾ ਵੀ ਮੈਂ ਸੁਣਾ ਦਿਆਂ ਉਹ ਮੈਂ ਸੁਣਾਉਣਾ ਚਾਹੁੰਦਾ। ਇਸ ਕਰਕੇ ਮੈਨੂੰ ਪਤਾ ਮੈਂ ਆਊਟ ਆਫ ਟਰੈਕ ਹਾਂ। ਯੂ ਗਿਵ ਮੀ ਅ ਟਰੈਕ, ਸੋ ਮੈਂ ਟਰੈਕ ਤੋਂ ਆਊਟ ਹਾਂ, ਕਿਉਂਕਿ ਇਹਦਾ ਕਾਰਨ ਹੈ ਵੀ ਮੇਰੇ ਅੰਦਰ ਇੱਕ ਹੋਰ ਵੱਖਰੀ ਭਾਵਨਾ ਹੈ। ਸੰਗਤ ਲਾਈਵ ਵੀ ਸੁਣਦੀ ਹੋਏਗੀ, ਉਹਨਾਂ ਨੂੰ ਵੀ ਜਿਹੜੇ ਜਾਣਦੇ ਆ ਆਪਾਂ ਨੂੰ ਸੁਣਦੇ ਆ, ਉਹਨਾਂ ਨੂੰ ਪਤਾ ਵੀ ਆਪਾਂ ਗੁਰੂ ਬਾਬੇ ਦੀ ਕਿਰਪਾ ਨਾਲ ਉਹਦੀ ਰੌਣਕ ਦੇ ਵਿੱਚ ਹੀ ਰਹੀਦਾ ਜੀ। ਉਹਦੀ ਰੌਣਕ ਦੇ ਵਿੱਚੋਂ ਉਹ ਕੁਝ ਮਿਲਦਾ ਹੈ, ਉਹ ਕੁਝ ਪ੍ਰਾਪਤ ਹੁੰਦਾ ਹੈ ਜੋ ਦੁਨੀਆ ਦੇ ਵਿੱਚੋਂ ਤੁਹਾਨੂੰ ਕਦੇ ਮਿਲ ਹੀ ਨਹੀਂ ਸਕਦਾ। ਦੁਨੀਆ ਸਿਖਾਉਂਦੀ ਹੈ। ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਇੱਕ ਪਿਆਰੀ ਵਾਰਤਾ ਹੈ, ਤੁਸੀਂ ਸੁਣੀ ਹੋਣੀ ਹੈ, ਸੈਦੇ ਮਲਾਹ ਦੀ ਵਾਰਤਾ। ਉਹਦਾ ਨਾਮ ਸੀ ਰੁਕਨਦੀਨ। ਆਨੰਦਪੁਰ ਸਾਹਿਬ ਜਿਹੜੀ ਸੰਗਤ ਗਈ ਹੈ ਨਾ, ਉਹਨਾਂ ਨੂੰ ਪਤਾ ਹੈ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਘਾਟ ਸਾਹਿਬ। ਗੁਰਦੁਆਰਾ ਘਾਟ ਸਾਹਿਬ ਕਾਜੀ ਰੁਕਨਦੀਨ ਦੇ ਨਾਮ ਦੇ ਉੱਪਰ, ਕਾਜੀ ਨਹੀਂ ਕੱਲਾ ਰੁਕਨਦੀਨ, ਤੇ ਉਹਦਾ ਨਾਮ ਹੈ ਸੈਦਾ। ਤੇ ਮਲਾਹ ਜਿਹੜਾ ਹੈ ਉਹ ਮਲਾਹਚਾਰੀ ਹੈ, ਮਲਾਹ ਦਾ ਕੰਮ ਕਰਦਾ, ਇਸ ਕਰਕੇ ਉਹਦਾ ਨਾਮ ਸੈਦਾ ਮਲਾਹ ਪੈ ਗਿਆ। ਉਹ ਰੋਜ਼ ਉਹਦਾ ਕੰਮ ਹੈ ਕਿ ਉਹ ਦਰਿਆ ਤੋਂ ਇੱਕ ਪਾਰ ਤੋਂ ਦੂਜੇ ਪਾਰ ਲੋਕਾਂ ਨੂੰ ਢੋਣ ਦਾ ਕੰਮ ਕਰਦਾ, ਸਵਾਰੀਆਂ ਦਾ ਢੋਣ ਦਾ ਕੰਮ ਕਰਦਾ। ਉੱਥੇ 2 4 5 ਕਿਸ਼ਤੀਆਂ ਹੋਰ ਖਲੋਤੀਆਂ ਹੁੰਦੀਆਂ ਨੇ ਕਿਨਾਰੇ ਤੇ, ਉਹਨਾਂ ਵਿੱਚ ਕੇਸ ਦੀ ਕਿਸ਼ਤੀ ਹੈ, ਪਰ ਇਹਦੀ ਕਿਸ਼ਤੀ ਵੇਖਣ ਨੂੰ ਚੰਗੀ ਨਹੀਂ, ਪੁਰਾਣੀ ਜੀ ਕਿਸ਼ਤੀ ਹੈ, ਟੁੱਟੀ ਜੀ ਕਿਸ਼ਤੀ ਹੈ। ਦੂਜਿਆਂ ਦੀਆਂ ਕਿਸ਼ਤੀਆਂ ਬੜੀਆਂ ਚੰਗੀਆਂ ਨੇ, ਦੂਜਿਆਂ ਨੂੰ ਸਵਾਰੀਆਂ ਬਹੁਤ ਮਿਲ ਜਾਂਦੀਆਂ ਨੇ, ਪਰ ਇਹਨੂੰ ਸਵਾਰੀ ਘੱਟ ਮਿਲਦੀ ਹੈ। ਅਕਸਰ ਇਹ ਸੁਭਾਅ ਹੀ ਹੁੰਦਾ ਵੀ ਆਪਾਂ ਵੀ ਸੋਚਦੇ ਆ ਨਾ, ਜੇ ਮੈਂ ਪੈਸੇ ਹੀ ਦੇਣੇ ਆ ਤੇ ਮੈਂ ਫਿਰ ਨਿੱਕੀ ਗੱਡੀ 'ਚ ਕਿਉਂ ਜਾਵਾਂ, ਮੈਂ ਵੱਡੀ ਗੱਡੀ ਲੈ ਕੇ ਜਾਵਾਂਗਾ। ਜੇ ਮੈਂ ਪੈਸੇ ਹੀ ਦੇਣੇ, ਆਪਣਾ ਵੀ ਸੁਭਾਅ ਹੈ। ਕੈਬ ਬੁੱਕ ਕਰੋ ਤੇ ਸ਼ੋਅ ਕਰ ਦਿੰਦਾ ਵੀ ਤੁਹਾਨੂੰ ਕਿਹੜੀ ਕੈਬ ਪਿਕ ਕਰਨ ਵਾਸਤੇ ਆ ਰਹੀ ਹੈ। ਕਈ ਮੇਰੇ ਵਰਗੇ ਰਾਈਡ ਕੈਂਸਲ ਕਰ ਦਿੰਦੇ ਵੀ ਗੱਡੀ ਛੋਟੀ ਹੈ, ਬਟ ਅਗਲੀ ਵਾਰੀ ਵੱਡੀ ਆਏਗੀ ਤੇ ਉਹ 'ਚ ਜਾਵਾਂਗੇ। ਹੁਣ ਸੈਦੇ ਮਲਾਹ ਦੇ ਨਾਲ ਇਦਾਂ ਦਾ ਕੁਝ ਵਾਪਰਦਾ, ਇਹਨੂੰ ਸਵਾਰੀਆਂ ਬਹੁਤੀਆਂ ਨਹੀਂ ਮਿਲਦੀਆਂ, ਪਰ ਜਿੰਨੀਆਂ ਕੁ ਮਿਲਦੀਆਂ ਨੇ ਇਹਦੇ ਨਾਲ ਇੱਕ ਕਲਾ ਵਾਪਰਦੀ ਹੈ। ਇਹ ਜਦੋਂ ਸਵਾਰੀਆਂ ਨੂੰ ਦੂਜੇ ਪਾਰ ਤੋਂ ਆਨੰਦਪੁਰ ਸਾਹਿਬ ਲੈ ਕੇ ਆਉਂਦਾ ਨਾ, ਰੋਜ਼ ਦਾ ਕੰਮ ਹੈ, ਰੋਜ਼ ਵੇਖਦਾ ਵੀ ਇਹਨਾਂ ਦੇ ਚਿਹਰੇ ਮੁਰਝਾਏ ਹੋਏ, ਰੁੱਸੇ ਹੋਏ, ਦੁਖੀ, ਬਿਰਲਾਪ ਕਰਦੇ ਚਿਹਰੇ, ਉਦਾਸ ਚਿਹਰੇ ਨੇ। ਪਰ ਜਦੋਂ ਉਹੋ ਹੀ ਲੋਕ ਆਨੰਦਪੁਰ ਸਾਹਿਬ ਤੋਂ ਵਾਪਸ ਆਉਂਦੇ ਆ ਤੇ ਚਿਹਰੇ ਖਿੜੇ ਹੋਏ, ਅੱਖਾਂ 'ਚ ਨੂਰ, ਜਿਵੇਂ ਪਤਾ ਨਹੀਂ ਕਿਹੜਾ ਕੋ ਖਜ਼ਾਨਾ ਮਿਲ ਗਿਆ ਹੁੰਦਾ। ਤੇ ਇਹ ਹਰੇਕ ਨੂੰ ਪੁੱਛਦਾ, ਉਹ ਭਲਿਓ ਮੈਨੂੰ ਇਉਂ ਦੱਸੋ, ਜਦੋਂ ਤੁਸੀਂ ਆਨੰਦਪੁਰ ਸਾਹਿਬ ਉਤਰੇ ਸੀ, ਤੁਸੀਂ ਰੋ ਰਹੇ ਸੀ, ਕੁਰਲਾ ਰਹੇ ਸੀ, ਚਿਹਰੇ ਤੇ ਉਦਾਸੀ ਸੀ, ਮਾਯੂਸੀ ਸੀ, ਪਰ ਇਹ ਕੁਝ ਘੰਟਿਆਂ ਦੇ ਵਿੱਚ ਤੁਹਾਨੂੰ ਕੀ ਹੋ ਗਿਆ, ਇੰਨੇ ਖੁਸ਼ ਹੋ ਗਏ? ਹਰੇਕ ਹੱਥ ਜੋੜ ਕੇ ਕਹਿੰਦਾ, ਖੁਸ਼ ਕਿਉਂ ਨਾ ਹੋਈਏ, ਸਾਨੂੰ ਕਲਗੀਆਂ ਵਾਲੇ ਦੇ ਦਰਸ਼ਨ ਮਿਲ ਗਏ ਨੇ। ਉਹਦੇ ਦਰਸ਼ਨਾਂ 'ਚੋਂ ਸਾਨੂੰ ਇਹ ਕਲਾ ਮਿਲੀ ਕਿ ਅਸੀਂ ਆਪਣਾ ਦੁੱਖ ਭੁੱਲ ਗਏ ਹਾਂ, ਅਸੀਂ ਆਪਣੀ ਗਰੀਬੀ ਭੁੱਲ ਗਏ ਹਾਂ, ਅਸੀਂ ਆਪਣਾ ਕਲੇਸ਼ ਭੁੱਲ ਗਏ ਹਾਂ। ਹੁਣ ਸਾਰੀਆਂ ਦੀਆਂ ਗੱਲਾਂ ਸੁਣ ਸੁਣ, ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਰੰਗ ਲਾਗਤ 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 ਹੈ, ਫਿਰ ਰੰਗ ਲੱਗਦਾ ਲੱਗਦਾ ਲੱਗ ਜਾਂਦਾ ਹੈ। ਇਹਦੇ ਮਨ ਦੇ ਵਿੱਚ ਵੀ ਪਿਆਰ ਪੈਦਾ ਹੋ ਗਿਆ। ਜੇ ਕਲਗੀਆਂ ਵਾਲੇ ਦੇ ਦਰਸ਼ਨਾਂ ਵਿੱਚ ਐਡਾ ਪਿਆਰ ਹੈ, ਐਡੀ ਮੁਹੱਬਤ ਹੈ, ਉਹਦੇ ਦਰਸ਼ਨਾਂ ਦੇ ਨਾਲ ਐਡੀ ਕਿਰਪਾ ਵਾਪਰ ਸਕਦੀ ਹੈ, ਤੇ ਮੈਂ ਵੀ ਉਹਦੇ ਦਰਸ਼ਨ ਕਰਨੇ ਆ। ਹੁਣ ਗਰੀਬ ਹੈ, ਕੰਮ ਜ਼ੋਰ ਪਾਉਂਦਾ, ਜਦੋਂ ਇਹ ਆਪਣੇ ਉਹੋ ਹੀ ਟਾਈਮ ਹੈ ਨਾ, ਇਹਦਾ ਸਵਾਰੀ ਢੋਣ ਦਾ ਉਹੋ ਹੀ ਟਾਈਮ ਹੈ, ਮਹਾਰਾਜ ਸਾਹਿਬ ਦੇ ਦਰਬਾਰ ਲੱਗਣ ਦਾ ਵੀ ਉਹੋ ਹੀ ਟਾਈਮ ਹੈ। ਹੁਣ ਇਸ ਕਰਕੇ ਜਦੋਂ ਆਪਣੇ ਕੰਮਕਾਰ ਤੋਂ ਥੋੜਾ ਜਿਹਾ ਵਿਹਲਾ ਹੁੰਦਾ ਹੈ,
ਤੁਰਨ ਲੱਗਦਾ ਤੈਨੂੰ ਪੁੱਛਦੇ ਆ ਨਾਲ ਦੇ ਕਿੱਧਰ? ਇਹ ਕਹਿੰਦਾ ਮੈਂ ਕਲਗੀਆਂ ਵਾਲੇ ਦੇ ਦਰਸ਼ਨ ਕਰਨ ਚੱਲਾਂ। ਤੈਨੂੰ ਜਵਾਬ ਮਿਲਦਾ, ਰੋਜ਼ ਇੱਕੋ ਜਵਾਬ ਮਿਲਦਾ, ਕਲਗੀਆਂ ਵਾਲਾ ਤੇ ਉੱਠ ਕੇ ਮਹਿਲਾਂ ਨੂੰ ਚਲਾ ਗਿਆ। ਉਹ ਦਰਬਾਰ ਛੱਡ ਗਏ ਆ ਮਹਾਰਾਜ, ਹੁਣ ਸ਼ਾਮੀ ਆਉਣਗੇ। ਸ਼ਾਮੀ ਫੇਰ ਕੰਮ ਜ਼ੋਰ ਪਾ ਜਾਂਦਾ। ਆਪਾਂ ਦੁਕਾਨਾਂ ਵਾਲੇ ਜਾਂ ਤੁਸੀਂ ਜ਼ਿਮੀਂਦਾਰ ਜਾਂ ਕੋਈ ਵੀ ਬੈਠਾ ਹੋਏਗਾ ਨਾ, ਉਧਰੋਂ ਸੰਧਿਆ ਦੇ ਪਾਠ ਦਾ ਟਾਈਮ ਹੋਵੇ, ਉਧਰੋਂ ਗਾਹਕ ਮੋਟਾ ਭਾਰਾ ਆ ਜਾਏ, ਪੈਸੇ ਪਤਾ ਹੁੰਦਾ ਆਪਾਂ ਨੂੰ ਵਟਾ ਕੇ ਜਾਏਗਾ, ਫਿਰ ਬੰਦਾ ਰਹਿ ਰਸ ਭੁੱਲ ਜਾਂਦਾ ਜੀ, ਇਹ ਸੱਚ ਹੈ। ਫਿਰ ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ 9 ਵਜੇ ਕਰ ਲਵਾਂਗਾ। ਕੰਮ ਜ਼ੋਰ ਪਾਉਂਦਾ ਤੇ ਸੈਦਾ ਰੋਜ਼ ਕਹਿੰਦਾ ਅੱਜ ਕੱਲ ਕਰਦਿਆਂ ਕਈ ਮਹੀਨੇ ਲੰਘ ਗਏ। ਹੁਣ ਮਹੀਨੇ ਤਾਂ ਕਈ ਲੰਘ ਗਏ, ਪਰ ਅੰਦਰ ਦੇ ਵਿੱਚ ਦਰਸ਼ਨਾਂ ਦਾ ਜਿਹੜਾ ਪਿਆਸ ਹੈ ਨਾ ਉਹ ਤੀਗਰ ਹੋ ਗਈ, ਵੱਡੀ ਹੋ ਗਈ। ਮਹਾਰਾਜ ਸਾਹਿਬ ਕਹਿੰਦੇ ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਹੁਣ ਮਨ 'ਚ ਏਡਾ ਪਿਆਰ ਜਾਗਿਆ ਵੀ ਮਹਾਰਾਜ ਕਿਰਪਾ ਕਰ ਤੂੰ ਮੈਨੂੰ ਦਰਸ਼ਨ ਦੇ। ਹਰ ਰੋਜ਼ ਇਹ ਗਾਉਂਦਾ ਹੀ ਫਿਰਦਾ। ਮਹਾਰਾਜ ਸਾਹਿਬ ਨੂੰ ਕਹਿੰਦਾ ਤੁਸਾਂ ਦੀ ਦੀਦ ਨੂੰ ਦਿਲਬਰ ਅਸਾਂ ਦੇ ਨੈਣ ਤਰਸ ਰਹੇ, ਅਸਾਂ ਦੇ ਕੰਨ ਚਾਹੁੰਦੇ ਨੇ ਕਿ ਸੁਣੀਏ ਬੈਣ ਤਰਸ ਰਹੇ। ਐ ਕਲਗੀਆਂ ਵਾਲਿਆ ਕਿਰਪਾ ਕਰ ਮੈਨੂੰ ਆਪਣੇ ਦਰਸ਼ਨ ਦੇ ਕੇ ਨਿਹਾਲ ਕਰ। ਇੱਕ ਦਿਨ ਕਲਗੀਆਂ ਵਾਲੇ ਨੇ ਆਪਣੇ ਸਿੰਘਾਂ ਨੂੰ ਆਖਿਆ ਤਿਆਰਾ ਕਰੋ ਬਈ, ਆਪਾਂ ਦਰਿਆ ਦੇ ਉਸ ਪਾਰ ਜਾਣਾ, ਆਪਾਂ ਦਰਿਆ ਦੇ ਉਸ ਪਾਰ ਜਾਣਾ। ਅਗਾਊਂ ਸੂਚਨਾ ਜਿਹੜੀ ਹੈ ਉਹ ਘਾਟ ਤੇ ਦੇ ਦਿੱਤੀ ਗਈ ਵੀ ਅੱਜ ਗਰੀਬ ਨਿਵਾਜ਼ ਹਜ਼ੂਰੇ ਅਨਵਰ ਤਖਤ ਬਾਲਾ ਜੇਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਘਾਟਪੁਰ ਪਧਾਰਨ ਲੱਗੇ ਆ। ਮਹਾਰਾਜ ਸਾਹਿਬ ਨੇ ਉਸ ਪਾਰ ਜਾਣਾ। ਸਾਰਿਆਂ ਨੇ ਆਪੋ ਆਪਣੀਆਂ ਕਿਸ਼ਤੀਆਂ ਧੋਈਆਂ, ਸਵਾਰੀਆਂ ਵੀ ਮਹਾਰਾਜ ਆਉਣਗੇ। ਜੇ ਕਿਤੇ ਮਹਾਰਾਜ ਸਾਹਿਬ ਸਾਡੀ ਕਿਸ਼ਤੀ 'ਚ ਬੈਠ ਗਏ, ਹੁਣ ਇੱਥੇ ਸਾਡੀ ਵੀ ਭਾਵਨਾ ਹੁੰਦੀ ਹੈ ਅਸੀਂ ਮਹਾਰਾਜ ਤੋਂ ਕੀ ਚਾਹੁੰਦੇ ਆ। ਇਹ ਕਹਿੰਦੇ ਵੀ ਮਹਾਰਾਜ ਲੋਕੀ ਸਾਨੂੰ ਇੱਕ ਇੱਕ ਪੈਸਾ, ਇੱਕ ਇੱਕ ਆਨਾ ਦਿੰਦੇ ਨੇ ਤੇ ਗੁਰੂ ਸਾਹਿਬ ਸਾਨੂੰ ਕਈ ਕਈ ਮੋਹਰਾਂ ਦੇਣਗੇ ਤੇ ਸਾਡਾ ਕਈ ਮਹੀਨਿਆਂ ਦਾ ਗੁਜ਼ਾਰਾ ਚੱਲ ਜਾਏਗਾ। ਇਹ ਸੋਚਦੇ ਆ ਮਹਾਰਾਜ ਕਿਤੇ ਸਾਡੀ ਕਿਸ਼ਤੀ 'ਚ ਬਹਿ ਜਾਣ ਤੇ ਸਾਨੂੰ ਪੈਸੇ ਬਣ ਜਾਣਗੇ, ਸਾਨੂੰ ਮਾਇਆ ਬਣ ਜਾਏਗੀ। ਪਰ ਉਹ ਅਸਲ ਦੇ ਵਿੱਚ ਅੱਜ ਕਿਸ਼ਤੀ ਦੇ ਵਿੱਚ ਕਿਸ ਦੀ ਵੀ ਕਿਸ਼ਤੀ ਦੇ ਵਿੱਚ ਬੈਠਣ ਆ ਰਿਹਾ, ਉਹ ਤੇ ਘਰੋਂ ਸੋਚ ਕੇ ਹੀ ਤੁਰਿਆ ਆ ਰਿਹਾ। ਮਹਾਰਾਜ ਸਾਹਿਬ ਆਏ, ਆ ਕੇ ਪਹਿਲੀ ਕਿਸ਼ਤੀ ਵਾਲੇ ਨੂੰ ਸਵਾਲ ਕੀਤਾ ਹਜ਼ੂਰੇ ਅਨਵਰ ਨੇ। ਸੈਦਾ ਦੂਰ ਸਾਰਿਆਂ ਤੋਂ ਪਿੱਛੇ ਖਲੋਤਾ, ਮਨ ਵਿੱਚ ਇਹ ਭਾਵਨਾ ਲੈ ਕੇ, ਕਿਉਂਕਿ ਸੰਗਤ ਜਿਹੜੀ ਆ ਮਹਾਰਾਜ ਸਾਹਿਬ ਨਾਲ ਹੋਰ ਜ਼ਿਆਦਾ ਹੋ ਜਾਂਦੀ ਸੀ। ਇਤਿਹਾਸ ਕਹਿੰਦਾ ਮਹਾਰਾਜ ਸਾਹਿਬ ਆਪਣੇ ਨਾਲ 21 ਸਿੰਘ ਲੈ ਕੇ ਤੁਰੇ ਤੇ ਸੈਦਾ ਸੋਚਦਾ ਆਪਣੇ ਮਨੋ ਮਨੀ ਕਿ ਮੇਰੇ ਤੱਕ ਤੇ ਕਿੱਥੇ ਆਉਣਾ, ਇਸ ਕਿਸ਼ਤੀ 'ਚ ਥੋੜਾ ਬੈਠਣਗੇ ਮਹਾਰਾਜ। ਉਹ ਨੀਲੇ ਦਾ ਸ਼ਾਹ ਸਵਾਰ, ਉਹ ਸੋਨੇ ਦੇ ਚੰਦੋਏ ਹੇਠਾਂ ਸੋਨੇ ਦੇ ਸਿੰਘਾਸਣ ਤੇ ਬੈਠਣ ਵਾਲਾ, ਜਿਹਦੇ ਹਰ ਵੇਲੇ ਸਿਰ ਤੇ ਚੌਰ ਹੁੰਦਾ, ਉਹ ਇਸ ਟੁੱਟੀ ਕਿਸ਼ਤੀ 'ਚ ਥੋੜਾ ਬੈਠੇਗਾ। ਚੱਲ ਕੋਈ ਗੱਲ ਨਹੀਂ, ਮੈਂ ਉਸ ਦੇ ਦੂਰੋਂ ਦੂਰੋਂ ਦਰਸ਼ਨ ਕਰ ਲਵਾਂਗਾ। ਹੁਣ ਮਹਾਰਾਜ ਸਾਹਿਬ ਨੇ ਪਹਿਲੀ ਕਿਸ਼ਤੀ ਵਾਲੇ ਨੂੰ ਪੁੱਛਿਆ, ਬਾਈ ਕਿਸ ਦੀ ਕਿਸ਼ਤੀ ਹੈ, ਕਿਸ ਦੀ ਕਿਸ਼ਤੀ ਹੈ? ਕਿਸ਼ਤੀ ਵਾਲਾ ਹੱਥ ਜੋੜ ਕਹਿੰਦਾ ਮਹਾਰਾਜ ਮੇਰੀ ਕਿਸ਼ਤੀ ਹੈ। ਬੈਠੋ ਮਹਾਰਾਜ, ਹੁਣੇ ਅੱਖ ਦੇ ਫੋਰ ਜਿੰਨਾ ਸਮਾਂ ਲਾ ਕੇ ਉਸ ਪਾਰ ਪਹੁੰਚਾ ਦਿਆਂਗਾ। ਮਹਾਰਾਜ ਸਾਹਿਬ ਕੋਈ ਜਵਾਬ ਨਾ ਦਿੱਤਾ। ਅਗਲੇ ਕੋਲੇ ਗਏ, ਕਿਸ ਦੀ ਕਿਸ਼ਤੀ ਹੈ? ਕਹਿੰਦਾ ਜੀ ਮੇਰੀ ਕਿਸ਼ਤੀ ਹੈ। ਇਹ ਗੱਲ ਸਾਡੇ ਸਮਝਣ ਵਾਸਤੇ ਆ ਪਿਆਰਿਓ, ਅੱਗੇ ਜੋ ਸੈਦਾ ਜਵਾਬ ਦੇਗਾ। ਮਹਾਰਾਜ ਅੱਗੇ ਚਲੇ ਗਏ, ਦੂਜੇ ਨੂੰ ਤੀਜੇ ਨੂੰ ਸਾਰਿਆਂ ਨੂੰ ਪੁੱਛਿਆ ਤੇ ਸਾਰੇ ਕਹਿੰਦੇ ਮਹਾਰਾਜ ਮੇਰੀ ਕਿਸ਼ਤੀ, ਮੇਰੀ ਕਿਸ਼ਤੀ। ਸਤਿਗੁਰੂ ਗਰੀਬ ਨਿਵਾਜ ਭਾਈ ਨੰਦ ਲਾਲ ਸਾਹਿਬ ਕਹਿੰਦੇ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ। ਪੜੋ ਕਾਦਰੇ ਹਰਕਾਰ ਬੇਕਸਾਰਾਂ ਯਾਰ। ਉਹ ਬੇਕਸਾਰਾਂ ਯਾਰ ਜਦੋਂ ਸੈਦੇ ਕੋਲੇ ਪਹੁੰਚਿਆ, ਸੈਦੇ ਨੂੰ ਕਹਿੰਦਾ ਆਹ ਕਿਸ ਦੀ ਕਿਸ਼ਤੀ ਹੈ? ਸੈਦਾ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਕਿਸ਼ਤੀ ਤਾਂ ਤੇਰੀ ਹੈ, ਚਲਾਉਣ ਦੀ ਸੇਵਾ ਮੇਰੀ ਹੈ। ਮਹਾਰਾਜ ਕਿਸ਼ਤੀ ਤੇਰੀ ਪਰ ਚਲਾਉਣ ਦੀ ਸੇਵਾ ਮੇਰੀ। ਤੇਰਾ ਹੁਕਮ ਹੋਵੇ, ਤੂੰ ਮੈਨੂੰ ਬਲ ਬਖਸ਼, ਤੂੰ ਮੈਨੂੰ ਹੁਕਮ ਕਰ, ਤੇਰੇ ਹੁਕਮ ਸਦਕਾ ਉਸ ਪਾਰ ਲੈ ਚੱਲਣਾ ਸਾਈਆਂ। ਮਹਾਰਾਜ ਸਾਹਿਬ ਮੁਸਕਰਾ ਕੇ ਕਹਿੰਦੇ ਮੇਰੀ ਕਿਸ਼ਤੀ ਹੈ, ਜੇ ਕਿਸ਼ਤੀ ਮੇਰੀ ਹੈ ਤੇ ਮੈਂ ਆਪਣੀ ਕਿਸ਼ਤੀ 'ਚ ਸਵਾਰੀ ਕਰਾਂਗਾ। ਦੂਜਿਆਂ ਨੂੰ ਕਹਿਣ ਲੱਗੇ ਤੁਸੀਂ ਇੱਧਰ ਆਓ ਬਈ, ਮੈਂ ਇੱਧਰ ਚੜਨ ਲੱਗਾ। ਸਤਿਗੁਰੂ ਬੈਠੇ ਤੇ ਸੈਦਾ ਨਾ ਕਿਸ਼ਤੀ ਹੌਲੀ ਹੌਲੀ ਚਲਾਵੇ। ਸਿੰਘ ਆਵਾਜ਼ਾਂ ਮਾਰ ਕੇ ਕਹਿੰਦੇ ਆ ਸੈਦਿਆ ਦੂਜਿਆਂ ਨੇ 2-2 ਚੱਕਰ ਲਾ ਦਿੱਤੇ ਆ, ਤੇਰੇ ਨੂੰ ਕਿਸ਼ਤੀ ਨਹੀਂ ਚੱਲਦੀ? ਸੈਦਾ ਹੱਥ ਜੋੜ ਕੇ ਕਹਿੰਦਾ ਸਦਰਾਂ ਬਾਅਦ ਮੇਰੇ ਕੋਲੇ ਸਮਾਂ ਆਇਆ ਜਦੋਂ ਮੈਂ ਕਲਗੀਧਰ ਦੇ ਦਰਸ਼ਨ
ਕਰਸਾਂ, ਹੁਣ ਮੈਂ ਇਸ ਗੱਲ ਨੂੰ ਛੱਡਣਾ ਨਹੀਂ, ਮੈਂ ਤੇ ਹੁਣ ਰੱਜ ਰੱਜ ਕੇ ਕਲਗੀਧਰ ਦੇ ਦਰਸ਼ਨ ਕਰਨੇ ਚਾਹੁੰਦਾ। ਹੌਲੀ 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 ਚੱਲਦਿਆਂ ਕਿਸ਼ਤੀ ਕਿਨਾਰੇਪੁਰ ਪਹੁੰਚੀ। ਸਤਿਗੁਰੂ ਕਿਸ਼ਤੀ ਚੋਂ ਉਤਰੇ, ਆਪਣੇ ਖਜ਼ਾਨਚੀ ਨੂੰ ਆਖਿਆ ਵੀ ਸਾਰਿਆਂ ਨੂੰ ਪੈਸੇ ਦੇ ਦਿਓ ਬਈ, ਜਿਨ੍ਹਾਂ ਜਿਨ੍ਹਾਂ ਦੀ ਕਿਸ਼ਤੀ ਤੁਸੀਂ ਚੜੇ, ਸੈਦੇ ਨੂੰ ਸਾਰਿਆਂ ਨੂੰ ਮਾਇਆ ਦਿਓ, ਪੈਸੇ ਦਿਓ ਇਹਨਾਂ ਨੂੰ, ਇੰਨੇ ਕੁ ਪੈਸੇ ਦਿਓ ਇਹਨਾਂ ਨੂੰ ਪਤਾ ਲੱਗੇ ਅੱਜ ਇਹਨਾਂ ਦੀ ਕਿਸ਼ਤੀ ਵਿੱਚ ਗੁਰੂ ਨਾਨਕ ਨੇ ਚਰਨ ਪਾਏ ਆ, ਇਹਨਾਂ ਨੂੰ ਪਤਾ ਲੱਗੇ ਗੁਰੂ ਨਾਨਕ ਦੀ ਇਲਾਹੀ ਜੋਤ ਇਹਨਾਂ ਦੀ ਕਿਸ਼ਤੀ ਵਿੱਚ ਆਈ ਏ, ਇਹਨਾਂ ਨੂੰ ਖੁੱਲੀ ਮਾਇਆ ਦਿਓ। ਸਾਰਿਆਂ ਨੂੰ ਮਾਇਆ ਦਿੱਤੀ, ਮੁੱਠਾਂ ਭਰ ਭਰ ਕੇ। ਸੈਦੇ ਦੀ ਵਾਰੀ ਆਈ, ਸੈਦਾ ਕਹਿੰਦਾ ਨਹੀਂ, ਮੈਂ ਨਹੀਂ ਲੈਣੀ ਮਾਇਆ। ਹੁਣ ਖਜ਼ਾਨਚੀ ਨੇ ਸੋਚਿਆ ਵੀ ਮਹਾਰਾਜ ਸਾਹਿਬ ਆਪ ਬੈਠ ਗਏ ਆ ਨਾ, ਹੋ ਸਕਦਾ ਮਨ ਦਾ ਲਾਲਚ ਵੱਧ ਗਿਆ ਹੋਵੇ। ਕਹਿੰਦਾ ਚੰਗਾ ਸੈਦਿਆ, ਲੋਕਾਂ ਨੂੰ ਇੱਕ ਇੱਕ ਮੁੱਠੀ ਦਿੱਤੀ, ਤੈਨੂੰ 2 ਮੁੱਠੀਆਂ ਦੇਣ ਲੱਗਿਆ, ਤੈਨੂੰ ਦੁੱਗਣੀ ਮਾਇਆ ਦੇਣ ਲੱਗਿਆ। ਸੈਦਾ ਹੱਥ ਜੋੜ ਕੇ ਕਹਿੰਦਾ ਉਹ ਮਾਇਆ ਨਹੀਂ ਮੈਂ ਲੈਣੀ, ਪੈਸੇ ਨਹੀਂ ਮੈਂ ਲੈਣੇ, ਪੈਸੇ ਦਾ ਥੋੜੀ ਮੈਂ ਤੋਲ ਮੋਲ ਕੀਤਾ, ਪੈਸੇ ਨਹੀਂ ਮੈਂ ਲੈਣੇ। ਕਹਿੰਦਾ ਕਿਉਂ ਨਹੀਂ ਲੈਣੇ? ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਸਵਾਲ ਕਰਦੇ ਆ, ਸੈਦਿਆ ਤੇਰੀ ਰੋਜੀ ਹੈ, ਤੇਰਾ ਰੋਜ਼ਗਾਰ ਹੈ, ਤੂੰ ਪੈਸੇ ਕਿਉਂ ਨਹੀਂ ਲੈਣੇ? ਮਹਾਰਾਜ ਨੂੰ ਕਹਿੰਦਾ ਮਹਾਰਾਜ ਸਾਡੀ ਮਲਾਹਚਾਰੀ ਹੁੰਦੀ ਹੈ, ਮਲਾਹਚਾਰੀ। ਮਲਾਹਚਾਰੀ ਦਾ ਭਾਵ ਹੈ ਵੀ ਮਹਾਰਾਜ ਜੇ ਅੱਜ ਕੋਈ ਮਲਾਹ ਮੇਰੀ ਬੇੜੀ 'ਚ ਬਹਿ ਗਿਆ, ਮੈਂ ਉਹ ਤੋਂ ਪੈਸੇ ਨਹੀਂ ਲੈਣੇ। ਜਿਸ ਦਿਨ ਮੇਰਾ ਮੌਕਾ ਬਣਿਆ ਮੈਂ ਉਹਦੀ ਬੇੜੀ 'ਚ ਬੈਠਾਂਗਾ, ਉਹ ਮੇਰੇ ਤੋਂ ਪੈਸੇ ਨਹੀਂ ਲਏਗਾ। ਸਿੰਘ ਕਹਿੰਦੇ ਉਹ ਗੁਸਤਾਖ ਬੰਦੇ, ਨਾਦਾਨ ਬੰਦੇ, ਐ ਪਾਗਲ ਬੰਦੇ, ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਮਲਾਹ ਕਹਿ ਰਿਹਾ? ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਆਪਣੇ ਬਰਾਬਰ ਲਾ ਲਿਆ? ਹੱਥ ਜੋੜ ਕਹਿੰਦਾ ਉਹ ਨਹੀਂ, ਮੈਨੂੰ ਲੋਕੀ ਤਾਂ ਮਲਾਹ ਕਹਿੰਦੇ ਆ, ਮੈਂ ਲੋਕਾਂ ਨੂੰ ਉਸ ਪਾਰੋਂ ਇਸ ਪਾਰ, ਇਸ ਪਾਰੋਂ ਉਸ ਪਾਰ ਪਹੁੰਚਾਉਣਾ। ਜਦੋਂ ਮੇਰੀ ਬੇੜੀ 'ਚ ਕੋਈ ਬਹਿੰਦਾ ਮੈਂ ਉਹਨੂੰ ਇਧਰੋਂ ਬਿਠਾ ਕੇ ਉਧਰ ਪਹੁੰਚਾ ਦਿੰਦਾ, ਪਰ ਜਦੋਂ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੇੜੇ 'ਚ ਬਹਿੰਦਾ ਇਹ ਉਸ ਨੂੰ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਾ ਦਿੰਦਾ। ਇਹ ਫਰਕ ਹੈ, ਇਹ ਫਰਕ ਹੈ। ਇਸ ਕਰਕੇ ਮਲਾਹਾਂ ਤੋਂ ਪੈਸੇ ਨਹੀਂ ਲੈਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਲਾਹਾਂ ਤੋਂ ਪੈਸੇ ਨਹੀਂ ਲੈਂਦੇ। ਸੈਦਿਆ ਫਿਰ ਕੁਛ ਤੇ ਲੈਣਾ ਪਏਗਾ ਨਾ ਤੈਨੂੰ। ਹੱਥ ਜੋੜ ਕਹਿੰਦਾ ਤੇਰੀ ਔਰ ਮੇਰੀ ਕਿਛ ਜਾਤ ਨਾ ਨਿਆਰੀ ਮਾਧੋ, ਦੇ ਕੇ ਤੂੰ ਮਜੂਰੀ ਮੋਹੇ ਪਾਛੈ ਨਾ ਪਛਾਰੀ ਹੈ। ਮੇਰੇ ਘਾਟ ਆਇਆ ਤੁਝੇ ਪਾਰ ਲੰਘਾਇਆ ਸਾਈਆਂ, ਤੇਰੇ ਘਾਟ ਆਉਂ ਮੋਹੇ ਪਾਰ ਉਤਾਰੀਐ। ਮਹਾਰਾਜ ਜਦੋਂ ਤੁਸੀਂ ਆਏ ਕਿਸ਼ਤੀ ਵਿੱਚ ਤੇ ਮੈਂ ਤੁਹਾਨੂੰ ਆਨਾ ਨਹੀਂ ਸੁਣਾਇਆ, ਤੁਹਾਨੂੰ ਦਾਨਾ ਨਹੀਂ ਸੁਣਾਇਆ, ਤੁਹਾਨੂੰ ਪੈਸਾ ਨਹੀਂ ਸੁਣਾਇਆ, ਤੁਹਾਨੂੰ ਧੇਲਾ ਨਹੀਂ ਸੁਣਾਇਆ, ਤੁਹਾਡੇ ਨਾਲ ਕੋਈ ਮੋਲ ਭਾਵ ਨਹੀਂ ਕੀਤਾ। ਤੁਸੀਂ ਬੈਠੇ ਬਸ ਇਸ ਕਿਨਾਰੇ ਪਹੁੰਚਾ ਦਿੱਤਾ। ਇੱਕ ਦਿਨ ਸੈਦਾ ਵੀ ਤੇਰੇ ਕੋਲੇ ਆਏਗਾ, ਇੱਕ ਦਿਨ ਸੈਦਾ ਵੀ ਤੇਰੇ ਘਾਟ ਆਏਗਾ, ਇੱਕ ਦਿਨ ਸੈਦਾ ਵੀ ਤੇਰੇ ਦਰ ਤੇ ਆਏਗਾ। ਸਾਈਆਂ ਮੇਰੇ ਗੁਣਾ ਤੇ ਔਗਣਾ ਨੂੰ ਨਾ ਫਰੋਲੀ, ਬਸ ਸੈਦੇ ਨੂੰ ਵੀ ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚਾ ਦੇਂ। ਆਪਣਾ ਮਹਾਰਾਜ ਲੇਖਾ ਜੋਖਾ ਪੂਰਾ ਹੋ ਜਾਣਾ। ਮਹਾਰਾਜ ਮੇਰੇ ਗੁਣਾ ਔਗਣਾ ਨੂੰ ਨਾ ਵੇਖੀ, ਜੇ ਤੂੰ ਮੇਰੇ ਗੁਣਾ ਔਗਣਾ ਨੂੰ ਵੇਖੇਂਗਾ, ਜਿਵੇਂ ਕਹਿੰਦੇ ਆ ਨਾ, ਕਹਿੰਦੇ ਇੱਥੇ ਤਾਂ ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਬੋਲ ਗੌੜੀ ਰਾਗ ਦੇ ਅੰਦਰ ਮਹਾਰਾਜ ਸਾਹਿਬ ਕਹਿੰਦੇ ਆ, ਜੇਤਾ ਸਮੁੰਦ ਸਾਗਰ ਨੀਰ ਭਰਿਆ। ਹੱਥ ਜੋੜ ਮਹਾਰਾਜ ਨੂੰ ਬੇਨਤੀ ਕਰੋ, ਸਾਰੇ ਜਣੇ ਮੰਨ ਜਾਓ ਮਹਾਰਾਜ ਕੋਲੇ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕੋਲੇ ਮੰਨ ਜਾਓ ਵੀ ਮਹਾਰਾਜ ਮੇਰੇ 'ਚ ਗੁਣ ਹੈ ਹੀ ਕੋਈ ਨਹੀਂ, ਮੈਂ ਔਗਣਾ ਦਾ ਭਰਿਆ ਬੰਦਾ, ਮੈਂ ਮੰਨ ਰਿਹਾ ਮਹਾਰਾਜ, ਮੈਂ ਐਕਸੈਪਟ ਕਰ ਲਿਆ ਇਸ ਗੱਲ ਨੂੰ, ਮੈਂ ਅੰਦਰੋਂ ਦਿਲੋਂ ਇਹ ਗੱਲ ਕਹਿ ਰਿਹਾ। ਮਹਾਰਾਜ ਤੇਰੇ ਬੋਲਾਂ ਨਾਲ ਬੋਲ ਮਿਲਾ ਕੇ ਕਿ ਮਹਾਰਾਜ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪੈ, ਭੀਤਰ ਵਗਾ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪਾਤਸ਼ਾਹ ਕਿਰਪਾ ਕਰ, ਮੇਰੇ ਗੁਣਾ ਉਗਣਾ ਦੀ ਵਿਚਾਰ ਨਾ ਕਰੀ, ਬਸ ਕਿਰਪਾ ਕਰੀ, ਮੈਂ ਤੇਰੇ ਕੋਲ ਆਵਾਂਗਾ ਤੇ ਮੈਨੂੰ ਆਪਣੇ ਗੱਲ ਨਾਲ ਲਾ ਕੇ ਰੱਖੀ। ਸੈਦੇ ਨੂੰ ਮਹਾਰਾਜ ਖੁਸ਼ ਹੋ ਕੇ ਕਹਿੰਦੇ, ਸੈਦਿਆ ਇਹ ਕਿੱਡੀ ਕੁ ਗੱਲ ਹੈ, ਫਿਰ ਇਹ ਕਿੱਡੀ ਕੁ ਗੱਲ ਹੈ, ਤੇਰੇ ਵਾਸਤੇ ਉਸ ਕਿਨਾਰਿਓਂ ਇਸ ਕਿਨਾਰੇ ਲੈ ਕੇ ਆਉਣਾ ਕੋਈ ਵੱਡੀ ਗੱਲ ਨਹੀਂ, ਤੇ ਗੁਰੂ ਨਾਨਕ ਵਾਸਤੇ ਪਾਪੀਆਂ ਨੂੰ ਤਾਰਨਾ ਕੋਈ ਵੱਡੀ ਗੱਲ ਨਹੀਂ। ਮਹਾਰਾਜ ਸਾਹਿਬ ਕਹਿੰਦੇ ਮੇਰੇ 21 ਸਿੰਘਾਂ ਨੇ ਪਾਰ ਕੀਤਾ,
ਜਿਨ੍ਹਾਂ ਨੂੰ ਮਾਇਆ ਚਾਹੀਦੀ ਸੀ ਉਹਨਾਂ ਨੂੰ ਮਾਇਆ ਦੇ ਦਿੱਤੀ ਗਈ ਹੈ। ਤੈਨੂੰ ਹੁਣ ਕੀ ਚਾਹੀਦਾ ਉਹ ਅਸੀਂ ਦੇ ਦਿੰਨੇ ਆ। ਮਹਾਰਾਜ ਸਾਹਿਬ ਕਹਿੰਦੇ ਸੈਦਿਆ ਫਿਰ ਤੂੰ ਕੱਲਾ ਨਹੀਂ, ਤੇਰੀਆਂ 21 ਕੁਲਾਂ ਨੂੰ ਗੁਰੂ ਨਾਨਕ ਜਹਾਨੋਂ ਪਾਰ ਕਰ ਦੇਗਾ। ਤੇਰੀਆਂ 21 ਕੁਲਾਂ ਨੂੰ ਮਹਾਰਾਜ ਸਾਹਿਬ ਪਾਰ ਉਤਾਰਾ ਕਰਨਗੇ। ਸੈਦਿਆ ਤੂੰ ਚਿੰਤਾ ਤੇ ਫਿਕਰ ਨਾ ਕਰੀ। ਉਹ ਗੱਲ ਅਸੀਂ ਆਪਣੇ ਤੇ ਲਾਉਣੀ ਹੈ। ਹੁਣ ਤੁਸੀਂ ਸੋਚਣਾ ਤੇ ਮੈਂ ਸੋਚਣਾ ਮਹਾਰਾਜ ਕੋਲੋਂ ਸਾਨੂੰ ਚਾਹੀਦਾ ਕੀ ਹੈ। ਬਾਕੀ ਕਿਸ਼ਤੀਆਂ ਵਾਲਿਆਂ ਵਾਂਗੂ ਮਾਇਆ ਜਾਂ ਸੈਦੇ ਵਾਂਗੂ ਗੁਰੂ ਦੀ ਗੋਦ, ਦੋ ਹੀ ਗੱਲਾਂ ਨੇ। ਆਪਾਂ ਨੂੰ ਕੀ ਚਾਹੀਦਾ ਮਹਾਰਾਜ ਕੋਲੋਂ? ਆਪਾਂ ਨੂੰ ਮਹਾਰਾਜ ਸਾਹਿਬ ਹਰੇਕ ਨੂੰ ਪੁੱਛਦੇ ਆ। ਜੋ ਕੋਈ ਭੇਟਾ ਰੁਮਾਲਾ ਮਾਇਆ ਮਿਸਟਾਨ ਪ੍ਰਸ਼ਾਦ ਲੈ ਕੇ ਆਉਂਦਾ ਨਾ, ਹਰੇਕ ਨੂੰ ਇਹ ਅੰਤਰੀਵ ਸਵਾਲ ਹੈ, ਭਾਵਨਾ ਦਾ ਹੈ। ਮਹਾਰਾਜ ਹਰੇਕ ਨੂੰ ਪੁੱਛਦੇ ਆ ਤੇ ਸਾਡਾ ਫਰਜ਼ ਬਣਦਾ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮਹਾਰਾਜ ਮੇਰਾ ਕੁਝ ਨਹੀਂ ਹੈ, ਮੈਂ ਵੱਡਾ ਨਹੀਂ ਹੋਣ ਲੱਗਾ ਤੈਨੂੰ ਆਨਾ ਦੋ ਆਨਾ ਦੇ ਕੇ, ਤੇਰੇ ਕੋਲੇ ਇਸ ਚੀਜ਼ਾਂ ਦੀ ਕੀ ਕੀਮਤ ਹੈ। ਵੇਖੋ ਜੀ ਆਪਾਂ ਗੱਲ ਨੂੰ ਸੋਚੀਏ, ਰੱਬ ਤੋਂ ਪਾਤਸ਼ਾਹੀਆਂ ਮੰਗਦੇ ਆ 10 ਰੁਪਏ ਦੇ ਕੇ, ਰੱਬ ਤੋਂ ਬਾਦਸ਼ਾਹੀਆਂ ਮੰਗਣ ਲੱਗੇ ਆ ਆਪਾਂ ਗੁਰੂ ਸਾਹਿਬ ਨੂੰ ਇੱਕ ਕੱਪੜਾ ਦੇ ਕੇ। ਇਹ ਸਾਡੇ ਕੱਪੜੇ ਦੀ ਪਰਵਾਹ ਨਹੀਂ ਕਰੇਗਾ, ਸਾਡੀ ਭਾਵਨਾ ਦੀ ਜ਼ਰੂਰ ਪਰਵਾਹ ਕਰੇਗਾ। ਯਾਦ ਰੱਖਿਓ, ਇਹਨੂੰ ਵਸਤਰਾਂ ਦੀ ਇੰਨੀ ਜ਼ਰੂਰਤ ਨਹੀਂ ਹੈ ਜਿੰਨੀ ਇਸ ਨੂੰ ਭਾਵਨਾ ਵਾਲੇ ਸਿੱਖਾਂ ਦੀ ਲੋੜ ਹੈ। ਜੇ ਭਾਵਨਾ ਨਾ ਹੋਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 10ਵੀਂ ਦੀ ਬਾਣੀ 'ਚ ਬੜੇ ਪਿਆਰੇ ਬੋਲ ਹੈ। ਮਹਾਰਾਜ ਸਾਹਿਬ ਕਹਿੰਦੇ ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕੋ। ਇਹਦੇ ਅਰਥ ਬੜੇ ਸਪਸ਼ਟ ਨੇ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਅਸੀਂ ਦੋ ਚੀਜ਼ਾਂ ਹੀ ਲੈ ਕੇ ਆਉਂਦੇ ਹਾਂ। ਜਾਂ ਤੇ ਕਾਮਨਾ ਦਾ ਮਤਲਬ ਵਿਲ, ਸਾਡੀ ਇੱਛਾ, ਅਸੀਂ ਆਪਣੀ ਇੱਛਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ। ਤੇ ਦਾਮਨਾ ਕਹਿੰਦੇ ਨੇ ਦਾਮ, ਅਰਦਾਸ ਕਰਾਉਣ ਤੋਂ ਕਰਨ ਤੋਂ ਪਹਿਲਾਂ ਅਸੀਂ ਮਾਇਆ ਭੇਟਾ ਕੀਤੀ। ਕਾਮਨਾ ਅਧੀਨ ਸਦਾ ਦਾਮਨਾ ਪ੍ਰਵੀਨ, ਇਹ ਦੋ ਚੀਜ਼ਾਂ ਤੂੰ ਲੈ ਆਇਆ, ਪਰ ਜਿਹੜੀ ਗੁਰੂ ਨੂੰ ਲੋੜ ਸੀ ਭਾਵਨਾ ਉਹ ਤੂੰ ਲੈ ਕੇ ਹੀ ਨਹੀਂ ਆਇਆ। ਜਿਹੜੀ ਗੁਰੂ ਨੂੰ ਲੋੜ ਸੀ ਉਹ ਤੂੰ ਲੈ ਕੇ ਨਹੀਂ ਆਇਆ। ਤੂੰ ਤੇ ਇਦਾਂ ਦਾ ਬੰਦਾ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਬੇਨਤੀ ਕਰਕੇ, ਤੇਰਾ ਕੋਈ ਪਤਾ ਨਹੀਂ ਤੂੰ ਕਿਸੇ ਪੀਰ ਦੇ ਵੀ ਜਾ ਖੜਾ ਹੋਵੇਂ, ਤੇਰਾ ਕੋਈ ਪਤਾ ਹੀ ਹੈ ਨਹੀਂ ਨਾ। ਇਸ ਕਰਕੇ ਇੱਥੇ ਬੇਨਤੀ ਕੀਤੀ, ਇੱਥੇ ਹੀ ਕਰ ਜਾ ਬਸ। ਔਰ ਯਾਦ ਰੱਖੀ ਗੁਰੂ ਮਹਾਰਾਜ ਕਹਿੰਦੇ ਆ ਉਹ ਪ੍ਰਾਪਤ ਕਰੇਗਾ ਜਿਹੜਾ ਗੁਰੂ ਪਾਤਸ਼ਾਹ ਦੇ ਨਾਲ ਆਪਣੀ ਸਾਂਝ ਪਿਆਰ ਦੀ ਪਾ ਲਏਗਾ, ਦੂਸਰਾ ਨਹੀਂ। ਸਤਿਗੁਰੂ ਮਹਾਰਾਜ ਦਾ ਇੱਕ ਸਵਈਆ 10 ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਹੀ, ਉਹਦੇ ਵਿੱਚ ਮਹਾਰਾਜ ਬੜੀ ਪਿਆਰੀ ਗੱਲ ਕਹਿੰਦੇ ਵੀ ਰੱਬ ਦਾ ਮਿੱਤਰ ਬਣ ਜਾ, ਆਪਣਾ ਤੋਲ ਮੋਲ ਛੱਡ ਦੇ। ਮਿੱਤਰਤਾ ਦੇ ਵਿੱਚ ਕੋਈ ਤੋਲ ਮੋਲ ਨਹੀਂ। ਇਹਦਾ ਜਦੋਂ ਤੂੰ ਮਿੱਤਰ ਬਣ ਗਿਆ ਫਿਰ ਕਲਾ ਕੀ ਵਾਪਰੇਗੀ। ਇਹ ਸਵਈਆ ਇੱਥੋਂ ਸ਼ੁਰੂ ਹੁੰਦਾ। ਮਹਾਰਾਜ ਕਹਿੰਦੇ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ, ਭੂਪਨ ਕੇ ਭੂਪ ਹੋ ਕੇ ਦਾਤਾ ਮਹਾ ਦਾਨ ਹੋ, ਪ੍ਰਾਨ ਕੇ ਬਚਈਆ दूध पूत के दवैया, रोग सोग के मिटैया किदो मानी महा मान हो, विद्या के विचार हो के अद्वै अवतार हो के, सिद्धता की सूरतों के सिद्धता की शान हो, जोवन हो के जाल हो के काल हो के काल हो। ਇੱਥੇ ਆ ਕੇ ਮਹਾਰਾਜ ਨੇ ਆਖਰੀ ਪੰਕਤੀ ਬੜੇ ਕਮਾਲ ਦੀ ਆਖੀ, ਕਹਿੰਦੇ ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ। ਮਹਾਰਾਜ ਜਿਹੜਾ ਤੇਰਾ ਸ਼ਤਰੂ ਹੈ, ਤੇਰੇ ਸੇਵਕਾਂ ਦਾ ਸ਼ਤਰੂ, ਤੇਰੇ ਸੇਵਕਾਂ ਦਾ ਵੈਰੀ ਬਣ ਕੇ ਆਉਂਦਾ, ਉਹਨਾਂ ਵਾਸਤੇ ਤੇਰਾ ਨਾਮ ਸੂਲਾਂ ਵਾਂਗੂ ਕੰਮ ਕਰਦਾ। ਤੇ ਜਿਹੜਾ ਤੇਰੇ ਨਾਮ ਜਪਣ ਵਾਲਿਆਂ ਦੇ ਨਾਲ ਆਪਣਾ ਹੱਥ ਪਿਆਰ ਦਾ ਵਧਾਉਂਦਾ, ਉਹਨਾਂ ਵਾਸਤੇ ਤੂੰ ਆਪਣੀ ਜਾਨ ਵੀ ਦੇ ਦਿੰਦਾ ਹੈ। ਸਤਰਨ ਕੇ ਸੂਲ ਹੋ ਕੇ ਮਿੱਤਰਨ ਕੇ ਪ੍ਰਾਨ ਹੋ। ਔਰ ਯਾਦ ਰੱਖਿਓ, ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਹੈ, ਇਹ ਵੀ ਤੁਹਾਡੀ ਰਸਨਾ ਦੇ ਉੱਪਰ ਹੋਣਗੇ। ਮਹਾਰਾਜ ਸਾਹਿਬ ਕਹਿੰਦੇ ਆ ਦੀਨਨ ਕੀ ਪ੍ਰਤਪਾਲ ਕਰੈ, ਸੰਤ ਉਬਾਰ ਗਨੀਮਨ ਗਾਰੈ, ਪਛ ਪਛੂ ਨਗਨਾਗ ਨਰਾਤਬ ਸਰਬ ਸਮੈ ਸਭ ਕੋ ਪ੍ਰਤਪਾਰੈ, पोखत है जल मैं थल मैं पल मैं कल के नहीं कर्म विचार है, दीन दयाल दया निध दोखन देखत है पर देत ना हार है। इस करके अपनी आप इतों गल शुरू की सी ना, सियाणप नाल नहीं मिलना। जे असीं कहीए भी मैं हुण चिट्टे कपड़े पा लए ते मेरे चिट्टे कपड़ियां दे थल्ले मेरे काले औगण लुक जाणगे, नहीं। लोकां वास्ते तू संत हो सकदा है पर गुरु वास्ते ते ओहो ही रहेगा जो तू है। लोकां वास्ते तू सज्जन हो सकदा है पर गुरु वास्ते ते तू ठग ही रहेगा वे। ते गुरु पर एक गल होर याद रखियो, बड़े कमाल दी है। एक ने ये गल मैं सुनाई तो उन्हें सवाल किया
ਕਹਿਣ ਲੱਗਾ ਇਹਦਾ ਮਤਲਬ ਅਸੀਂ ਗੁਰੂ ਨੂੰ ਬੇਨਤੀ ਨਾ ਕਰੀਏ। ਮੈਂ ਕਿਹਾ ਕਰਨੀ ਹੈ, ਪਰ ਗੁਰੂ ਦੇ ਬਚਨਾਂ ਨੂੰ ਮੰਨਣਾ, ਕਿਉਂਕਿ ਗੁਰੂ ਕਹਿੰਦਾ ਵੀ ਕੋਈ ਗੱਲ ਨਹੀਂ, ਤੂੰ ਮੇਰੇ ਕੋਲ ਠੱਗ ਬਣ ਕੇ ਆਇਆ ਤੇ ਮੈਂ ਸੱਜਣ ਬਣਾਉਣਾ ਜਾਣਦਾ, ਚਿੰਤਾ ਨਾ ਕਰ ਤੂੰ, ਮੈਂ ਤੈਨੂੰ ਸੱਜਣਾ 'ਚ ਤਬਦੀਲ ਕਰਨਾ ਜਾਣਦਾ। ਤੂੰ ਮੇਰੇ ਕੋਲੇ ਬੁਝਦਿਲ ਬਣ ਕੇ ਆਇਆ, ਮੈਂ ਤੈਨੂੰ ਨਿਡਰ ਬਣਾਉਣਾ ਜਾਣਦਾ। ਤੂੰ ਮੇਰੇ ਕੋਲੇ ਡਰਪੋਕ ਬਣ ਕੇ ਆਇਆ ਤੇ ਮੈਂ ਤੈਨੂੰ ਦਲੇਰ ਬਣਾਉਣਾ ਜਾਣਦਾ। ਤੂੰ ਮੇਰੇ ਕੋਲੇ ਚਿੜੀ ਬਣ ਕੇ ਆਇਆ ਤੇ ਮੈਂ ਤੈਨੂੰ ਬਾਜ ਬਣਾਉਣਾ ਜਾਣਦਾ। ਚਿੰਤਾ ਨਾ ਕਰ, ਤੂੰ ਹੁਣ ਉਸ ਕਾਰੀਗਰ ਕੋਲੇ ਆ ਗਿਆ ਜਿਹੜਾ ਕਾਰੀਗਰ ਅਸਲ ਦੇ ਵਿੱਚ ਉਹ ਕੁਝ ਬਣਾ ਦਿੰਦਾ ਜੋ ਦੁਨੀਆ ਦੇ ਵਿੱਚ ਕਿਸੇ ਤੋਂ ਬਣ ਹੀ ਨਹੀਂ ਸਕਦਾ। ਮਹਾਰਾਜ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਦਾ ਮੁਕਾਬਲਾ ਕਰਨ ਜੋਗਾ ਬਣਾ ਦਿੱਤਾ। ਬਚਿੱਤਰ ਸਿੰਘ ਕਿੱਡਾ ਸੀ, ਕੱਦ ਕਹਿੰਦੇ ਬਚਿੱਤਰ ਸਿੰਘ ਦਾ ਸਾਰੇ ਸਿੰਘਾਂ ਨਾਲੋਂ ਲਗਭਗ ਛੋਟਾ ਸੀ, ਹਾਈਟ ਦੇ ਵਿੱਚ ਸਾਰਿਆਂ ਨਾਲੋਂ ਛੋਟਾ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਸ਼ ਉਹ ਕਰ ਦਿੱਤੀ ਕਿ ਸਾਰਿਆਂ ਨਾਲੋਂ ਵੱਡਾ ਕਰਮ ਕਮਾ ਗਿਆ। ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰ ਤੇ ਬੈਠੇ ਆ। ਇੱਥੋਂ ਅਸੀਂ ਅੰਦਰ ਦੀ ਭਾਵਨਾ, ਅੰਦਰ ਦੀ ਸ਼ਰਧਾ, ਅੰਦਰ ਦੇ ਉਹ ਪ੍ਰੇਮ ਦੇ ਨਾਲ ਮਹਾਰਾਜ ਸਾਹਿਬ ਸਾਹਮਣੇ ਆਪਣਾ ਸਿਰ ਝੁਕਾਉਣਾ, ਜਿਹੜਾ ਪ੍ਰੇਮ ਅਸੀਂ ਦੁਨੀਆ ਨੂੰ ਕਦੇ ਵਿਖਾਇਆ ਹੀ ਨਹੀਂ। ਸਾਡੇ ਹਾਰਟ ਦਾ ਜਿਹੜਾ ਉਹ ਸੌਫਟ ਕਾਰਨਰ ਨਾ ਅਸੀਂ ਕਿਸੇ ਵਾਸਤੇ ਗਿਰਵੀ ਰੱਖਿਆ ਹੋਇਆ ਨਾ, ਗੁਰੂ ਨੂੰ ਦੇ ਦਿਓ। ਆਪਣੀ ਡੈਡੀਕੇਸ਼ਨ ਗੁਰੂ ਨੂੰ ਦਿਓ, ਆਪਣਾ ਫੁੱਲ ਐਂਡ ਫਾਈਨਲ ਅੰਦਰੋਂ ਜਿਹੜੀ ਸਮਰਪਿਤ ਆ ਗੁਰੂ ਨੂੰ ਕਰ ਦਿਓ। ਤੇ ਜਿਵੇਂ ਭਾਈ ਜੋਗੇ ਨੂੰ ਮਹਾਰਾਜ ਸਾਹਿਬ ਨੇ ਉਹਨੂੰ ਸਵਾਲ ਕੀਤਾ, ਤੇਰਾ ਨਾਂ ਕੀ? ਆਂਦਾ ਜੀ ਜੋਗਾ। ਮਹਾਰਾਜ ਸਾਹਿਬ ਨੇ ਪਲਟ ਸਵਾਲ ਕੀਤਾ, ਕਹਿਣ ਲੱਗੇ ਕਿਹਦੇ ਜੋਗਾ? ਮਹਾਰਾਜ ਸਾਹਿਬ ਨੂੰ ਆਂਦਾ ਵੀ ਮੈਂ ਤੇਰੇ ਜੋਗਾ, ਗੁਰੂ ਜੋਗਾ। ਅੱਗੋਂ ਗੁਰੂ ਸਾਹਿਬ ਨੇ ਫਿਰ ਪਲਟ ਜਵਾਬ ਦਿੱਤਾ, ਜੋਗਿਆ ਫਿਰ ਯਾਦ ਰੱਖੀ, ਜੇ ਤੂੰ ਗੁਰੂ ਜੋਗਾ, ਅੱਜ ਤੋਂ ਗੁਰੂ ਵੀ ਤੇਰੇ ਜੋਗਾ। ਫਿਰ ਗੁਰੂ ਨੇ ਕਹਿੰਦੇ ਉੱਥੇ ਜਾ ਕੇ ਉਹਦੀ ਪਹਿਰੇਦਾਰੀ ਵੀ ਕੀਤੀ। ਮੈਂ ਇੱਕੋ ਬਾਤ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਆ। ਤੁਸੀਂ ਵੀ ਜਾਣਾ, ਉਦਾਂ ਪਤਾ ਨਹੀਂ ਵੀ ਤੁਸੀਂ ਬੈਠੇ ਹੋ ਪਿਆਰ ਨਾਲ ਜਾਂ ਹਰ ਵਾਰ ਤੁਸੀਂ ਇਦਾਂ ਪਿਆਰ ਨਾਲ ਬੈਠਦੇ ਆ, ਪਰ ਜਦੋਂ ਤੁਸੀਂ ਆਨੇ ਆ ਪ੍ਰਬੰਧਕ ਉਪਰਾਲਾ ਕਰਦੇ ਆ, ਇਹ ਵੀ ਜਿਹੜਾ ਆਪਣੇ ਭਾਵਨਾ ਗੁਰੂ ਸਾਹਿਬ ਨੂੰ ਅਰਪਿਤ ਕਰਦੇ ਆ। ਤੇ ਇਹ ਜਿਹੜੇ ਇਹਨਾਂ ਦੇ ਕੀਤੇ ਹੋਏ ਉਪਰਾਲੇ ਆ, ਉਹਨਾਂ ਨੂੰ ਭਾਗ ਤਦੇ ਲੱਗਣੇ ਆ ਜੇਕਰ ਸੰਗਤ ਸੁਣਨ ਵਾਲੀ ਹੋਵੇ ਤਾਂ। ਜੇ ਸੰਗਤ ਨਹੀਂ ਸੁਣੇਗੀ ਫਿਰ ਆਪਾਂ ਕਿਸੇ ਨੂੰ ਵੀ ਸੱਦੀਏ ਬੁਲਾਈਏ, ਫਿਰ ਉਹਦਾ ਅਸਰ ਨਹੀਂ ਜੇ ਹੁੰਦਾ। ਔਰ ਦੂਜੀ ਗੱਲ, ਅਸੀਂ ਗੁਰੂ ਸਾਹਿਬ ਨੂੰ ਸਿਰਫ ਇੱਥੇ ਲਾਮਾ ਨਹੀਂ ਲਾਉਣ ਆਏ ਆਪਾਂ ਵੀ ਅਸੀਂ ਤੇਰੇ ਦਰ ਤੇ ਆ ਗਏ, ਤੂੰ ਮੂੰਹ ਵੇਖ ਲਿਆ ਸਾਡਾ, ਸਾਡੇ ਤੇ ਕਿਰਪਾ ਕਰ ਦੇ। ਇਦਾਂ ਨਹੀਂ ਆਪਾਂ ਕਰਨਾ। ਘੱਟੋ ਘੱਟ ਆਪਣੀ ਜ਼ਿੰਦਗੀ ਦਾ ਅਸੂਲ ਬਣਾਓ, ਇੱਥੇ ਨਹੀਂ ਕਿਤੇ ਵੀ। ਇਹ ਜ਼ਿੰਦਗੀ ਦਾ ਅਸੂਲ ਬਣਾਓ। ਤੁਸੀਂ ਕਿੰਨੀ ਵੀ ਤੇਜ਼ੀ ਵਿੱਚ ਹੋਵੋ, ਜਦੋਂ ਤੁਸੀਂ ਕਿਸੇ ਵੀ ਗੁਰੂ ਘਰ ਚਲੇ ਗਏ ਨਮਸਕਾਰ ਕਰਨ ਵਾਸਤੇ, ਮੱਥਾ ਟੇਕ ਕੇ, ਜ਼ਿਆਦਾ ਨਹੀਂ ਤਾਂ ਉੱਥੇ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ 5 ਵਾਰੀ ਮੂਲ ਮੰਤਰ ਦਾ ਜਾਪ, 5 ਵਾਰੀ ਗੁਰਮੰਤਰ ਦਾ ਜਾਪ ਕਰਨ ਤੋਂ ਬਾਅਦ ਉੱਠਿਆ ਕਰੋ। ਇਹਨੂੰ ਤਾਂ ਆਪਾਂ ਕਹਿ ਸਕਦੇ ਹਾਂ ਵੀ ਮਹਾਰਾਜ ਮੈਂ ਤੇਰੇ ਅੱਗੇ ਹਾਜ਼ਰੀ ਲਵਾ ਚੱਲਿਆ। ਇਦਾਂ ਨਹੀਂ ਵੀ ਆਪਾਂ ਲਾਮਾ ਜਾਂ ਲਾ ਚੱਲੇ। ਮਹਾਰਾਜ ਸਾਹਿਬ ਨੂੰ ਮੱਥਾ ਟੇਕਿਆ, ਪਰਿਕਰਮਾ ਕੀਤੀ, ਪ੍ਰਸ਼ਾਦ ਲਿਆ ਤੇ ਉਹ ਗਏ ਤੇ ਉਹ ਗਏ। ਇਦਾਂ ਨਹੀਂ। ਜੇ ਚਾਹੁੰਦੇ ਆ ਨਾ ਗੁਰੂ ਸਾਹਿਬ ਸਾਰਾ ਦਿਨ ਮੇਰੇ ਅੰਗ ਸੰਗ ਰਹਿਣ, ਸਾਰਾ ਦਿਨ ਮੇਰੇ ਨਾਲ ਤੋੜ ਨਿਭਣ, ਤਾਂ ਗੁਰੂ ਨੂੰ ਵੀ ਥੋੜਾ ਜਿਹਾ ਸਮਾਂ ਦੇ। ਇਹ 10 ਗੁਣਾ ਆਪੇ ਹੀ ਬਣਾ ਲੈਂਦਾ। ਕਬੀਰ ਸਾਹਿਬ ਆਖਦੇ ਨਾ, ਕਬੀਰ ਏਕ ਘਰੀ ਆਦੀ ਘਰੀ ਆਦੀ ਹੂੰ ਫੁਨ ਆਦ। ਕਿੰਨਾ ਘਟਾ ਦਿੱਤਾ ਸਮਾਂ, 3 ਮਿੰਟਾਂ ਦਾ ਕਰ ਦਿੱਤਾ ਕਬੀਰ ਸਾਹਿਬ ਨੇ ਸਮਾਂ। ਕਹਿੰਦੇ ਏਕ ਘਰੀ ਆਦੀ ਘਰੀ ਆਦੀ ਹੂੰ ਫੁਨ ਆਦ, ਭਗਤਨ ਸੇਤੀ ਗੋਸਟੇ ਜੋ ਕੁਨੋ ਸੋ ਲਾਭ। ਜਿਹੜਾ ਇਹਨੂੰ ਸਮਾਂ ਦਿੰਦਾ ਫਿਰ ਗੁਰੂ ਆਪਣਾ ਆਪ ਭੁਲਾ ਕੇ ਆਪਣਾ ਆਪ ਉਹਨੂੰ ਦੇ ਦਿੰਦਾ। ਇੱਕ ਨਿੱਕੀ ਜਿਹੀ ਵਾਰਤਾ ਕਹਿ ਕੇ ਮੈਂ ਸਮਾਪਤੀ ਕਰ ਦੇਣੀ ਆ, ਕਿਉਂਕਿ ਤੁਸੀਂ ਉਹ ਪੋਸਟਰ ਵਾਇਰਲ ਕੀਤਾ ਸੀ। ਕਿਸੇ ਗੁਰਮੁਖ ਪਿਆਰੇ ਨੇ ਫੋਨ ਕੀਤਾ ਸੀ ਵੀ ਆਹ ਜਿਹੜੀ ਵਾਰਤਾ ਤੁਸੀਂ ਜ਼ਰੂਰ ਸੁਣਾ ਦਿਓ। ਤੇ ਉਹ ਸੁਣ ਤੇ ਸੁਣਾਉਣ ਵਿੱਚ ਮੇਰਾ ਆਪਣਾ ਬੜਾ ਆਨੰਦ ਹੁੰਦਾ ਉਸ ਗੱਲ ਦੇ ਵਿੱਚ। ਉਹ ਭਾਈ ਮਰਦਾਨਾ ਸਾਹਿਬ ਦੀ ਵਾਰਤਾ ਇੱਕ ਬੜੀ ਪਿਆਰੀ, ਉਹ ਕਹਿ ਕੇ ਆਪਾਂ ਫਤਿਹ ਬੁਲਾ ਦੇਣੀ ਹੈ। ਭਾਈ ਮਰਦਾਨਾ ਸਾਹਿਬ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉਹ ਸੇਵਕ ਨੇ ਜਿਨ੍ਹਾਂ ਨੇ 52 ਸਾਲ ਗੁਰੂ ਦੀ ਸੇਵਾ ਕੀਤੀ ਹੈ। ਔਰ ਆਪਾਂ ਚਲੋ ਹਰੇਕ ਦੀ ਆਪਣੀ ਆਪਣੀ ਇੱਕ ਭਾਵਨਾ ਹੁੰਦੀ ਹੈ। 13 ਸ਼ਬਦ ਦਾ ਨਾ ਗੁਰੂ ਨਾਨਕ ਨਾਲ ਬਹੁਤ ਸੰਬੰਧ ਰਿਹਾ। ਭਾਈ ਮਰਦਾਨਾ ਸਾਹਿਬ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨਾਲੋਂ ਪਤਾ ਕਿੰਨੇ ਵੱਡੇ ਸੀ? ਕਿੰਨੇ ਵੱਡੇ ਸੀ? 13 ਸਾਲ। ਤੇ ਉਹਨਾਂ ਦੀ ਕੁੱਲ ਉਮਰ ਕਿੰਨੀ ਸੀ? 13 5 65 ਸਾਲ। ਤੇ ਉਹਨਾਂ ਨੇ ਸੇਵਾ ਕਿੰਨੀ ਕੀਤੀ ਗੁਰੂ ਮਹਾਰਾਜ ਦੀ?
52 ਸਾਲ। ਸਾਰਾ ਕੁਝ ਉਹਦੇ ਉੱਤੇ ਇਨਕਲੂਡ ਜਿਹਾ ਹੋ ਜਾਂਦਾ। ਚਲੋ ਰੋ ਵਿਚਾਰ ਇੱਕ ਵੱਖਰੀ ਗੱਲ ਹੈ। 52 ਸਾਲ ਗੁਰੂ ਸਾਹਿਬ ਦੀ ਸੇਵਾ ਕੀਤੀ, ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਆਪਣੇ ਅਕਾਲ ਚਲਾਣੇ ਤੱਕ। ਜਿਸ ਦਿਨ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉਸ ਦਿਨ ਤੋਂ ਸੇਵਾ ਸ਼ੁਰੂ ਕੀਤੀ, ਤੇ ਜਿਸ ਦਿਨ ਤੱਕ ਇਹਨਾਂ ਨੇ ਆਪਣਾ ਆਖਰੀ ਸਾਹ ਨਹੀਂ ਲਿਆ ਉਸ ਦਿਨ ਤੱਕ ਇਹ ਆਖਰੀ ਸਵਾਸ ਤੱਕ ਗੁਰੂ ਬਾਬੇ ਦੇ ਸਿੱਖ ਤੇ ਸੇਵਕ ਬਣ ਕੇ ਰਹੇ। 13 ਸਾਲ ਵੱਡੇ ਸੀ, ਲਿਹਾਜ਼ਾ ਭਾਈ ਮਰਦਾਨਾ ਸਾਹਿਬ ਜੀ ਦਾ ਜਿਹੜਾ ਵਿਆਹ ਆ ਉਹ ਵੀ ਜਲਦੀ ਹੋ ਜਾਣਾ ਸੀ। 13 ਸਾਲ ਵੱਡੇ ਨੇ, ਵਿਆਹ ਜਲਦੀ ਹੋ ਗਿਆ। ਘਰ ਵਿੱਚ ਨਵੀਂ ਵਹੁਟੀ ਆਈ, ਨੂੰਹ ਆਈ, ਚੁੱਲ੍ਹਾ ਚੌਂਕਾ ਉਸਨੇ ਸਾਂਭਿਆ। ਤੇ ਕਹਿੰਦੇ ਉਹਨਾਂ ਦੀਆਂ ਆਂਢਣਾਂ ਗੁਆਂਢਣਾਂ ਨੇ ਭਾਈ ਮਰਦਾਨਾ ਸਾਹਿਬ ਦੀ ਘਰਵਾਲੀ ਨੂੰ ਕੁਝ ਗੱਲਾਂ ਕਹਿ ਸੁਣ ਦਿੱਤੀਆਂ, ਪੜ੍ਹਾ ਦਿੱਤੀਆਂ, ਦੱਸ ਦਿੱਤੀਆਂ। ਉਹਨਾਂ ਨੂੰ ਮੁੱਖ ਰੱਖ ਕੇ ਇੱਕ ਦਿਨ ਭਾਈ ਮਰਦਾਨਾ ਸਾਹਿਬ ਚੌਂਕੇ ਵਿੱਚ ਬੈਠੇ ਪ੍ਰਸ਼ਾਦਾ ਛਕਣ ਲੱਗੇ ਆ। ਸਵਾਲ ਕੱਢ ਮਾਰਿਆ, ਕਹਿਣ ਲੱਗੀ, ਸਵਾਮੀ ਤੁਹਾਨੂੰ ਇੱਕ ਗੱਲ ਕਹਿਣੀ ਹੈ। ਉਹ ਕਹਿੰਦੇ ਆਖੋ। ਕਹਿੰਦੀ ਮੈਨੂੰ ਆਂਢਣਾ ਗੁਆਂਢਣਾ ਇਸ ਗੱਲ ਦੇ ਮਿਹਣੇ ਮਾਰਦੀਆਂ ਵੀ ਤੇਰਾ ਘਰ ਵਾਲਾ ਸਾਰਾ ਦਿਨ ਬੇਦੀਆਂ ਦੇ ਮੁੰਡੇ ਨਾਲ ਤੁਰਿਆ ਰਹਿੰਦਾ, ਉਹਦੇ ਸਾਰਾ ਦਿਨ ਮਗਰ ਮਗਰ, ਉਹਦੇ ਸਾਰਾ ਦਿਨ ਪਿੱਛੇ ਪਿੱਛੇ ਤੁਰਿਆ ਰਹਿੰਦਾ, ਤੇ ਇਹ ਤੇ ਕੋਈ ਗੱਲ ਨਾ ਬਣੀ। ਭਾਈ ਮਰਦਾਨਾ ਸਾਹਿਬ ਕਹਿਣ ਲੱਗੇ, ਭਾਗਵਾਨੇ ਤੈਨੂੰ ਸੱਚ ਦੱਸਾਂ, ਮੇਰੀ ਤੇ ਗੁਰੂ ਨਾਨਕ ਦੀ ਉਹ ਮੁਹੱਬਤ ਹੈ, ਉਹ ਪਿਆਰ ਹੈ, ਉਹ ਮੇਰਾ ਗੁਰੂ ਹੈ ਤੇ ਮੈਂ ਉਹਦਾ ਸਿੱਖ ਹਾਂ। ਸਾਡੀ ਉਹ ਯਾਰੀ ਹੈ ਜਿਹੜੀ ਦੁਨੀਆ ਦੇ ਸਮਝ ਵਿੱਚ ਆ ਹੀ ਨਹੀਂ ਸਕਦੀ। ਦੁਨੀਆ ਮੈਨੂੰ ਮਰਾਸੀ ਆਖਦੀ ਏ, ਦੁਨੀਆ ਮੈਨੂੰ ਡੂਮ ਆਖਦੀ ਏ, ਪਰ ਸੱਚ ਕਰਕੇ ਜਾਣੀ ਜਿਹੜਾ ਪਿਆਰ ਉਸਨੇ ਮੈਨੂੰ ਦਿੱਤਾ ਨਾ ਉਹ ਮੈਨੂੰ ਕੋਈ ਹੋਰ ਦੇ ਨਹੀਂ ਸਕਦਾ। ਤੇ ਤੂੰ ਇਸ ਗੱਲ ਨੂੰ ਛੱਡ, ਆਪਣੇ ਕੰਮ 'ਚ ਧਿਆਨ ਦੇ। ਮੇਰੀ ਤੇ ਉਹਦੀ ਮੁਹੱਬਤ ਤੇਰੇ ਸਮਝ ਦੇ ਵਿੱਚ ਵੀ ਨਹੀਂ ਪੈਣੀ। ਹੁਣ ਕਹਿਣ ਲੱਗੇ, ਉਹਨੇ ਵੀ ਉਹ ਤਾਨਾ ਮਾਰਿਆ ਜਿਹੜਾ ਭਾਈ ਮਰਦਾਨਾ ਸਾਹਿਬ ਦਾ ਸੀਨਾ ਪਾੜ ਕੇ ਲੈ ਗਿਆ। ਉਹ ਕਹਿਣ ਲੱਗੀ, ਜੇ ਐਡੀ ਮੁਹੱਬਤ ਹੈ, ਜਿਸ ਦਿਨ ਦੀ ਮੈਂ ਆਈਆਂ ਵਿਆਹ ਕੇ, ਜਿਸ ਦਿਨ ਦੀ ਮੈਂ ਵਿਆਹ ਕੇ ਆਈਆਂ ਉਸ ਦਿਨ ਦਾ ਮੈਂ ਨਹੀਂ ਵੇਖਿਆ ਵੀ ਉਸ ਨਾਨਕ ਨੇ ਇਸ ਚੌਂਕੇ ਵਿੱਚ ਆ ਕੇ ਪ੍ਰਸ਼ਾਦਾ ਛਕਿਆ ਹੋਵੇ। ਤੁਹਾਨੂੰ ਪਤਾ ਕਿਉਂ? ਕਿਉਂਕਿ ਆਪਾਂ ਨੀਵਿਆਂ ਤੇ ਉਹ ਉੱਚਾ। ਇਹ ਮੁਹੱਬਤਾਂ ਬਰਾਬਰ ਨਾਲ ਹੁੰਦੀਆਂ ਨੇ। ਇਹ ਜਿਹੜਾ ਸਾਂਝ ਹੈ ਤੁਹਾਡੀ ਗੁਰੂ ਸਿੱਖ ਦੀ, ਇਹ ਬਰਾਬਰ 'ਚ ਹੋ ਸਕਦੀ ਹੈ। ਪਰ ਤੁਸੀਂ ਮੰਨ ਜਾਓ ਕਿ ਤੁਸੀਂ ਮਰਾਸੀ ਹੋ ਤੇ ਉਹ ਖੱਤਰੀ ਹੈ, ਉਹ ਬੇਦੀ ਹੈ। ਬੇਦੀ ਕੋਲ ਨਕੇਤ ਹੈ ਤੇ ਤੁਹਾਡਾ ਆਪਸ ਵਿੱਚ ਕੋਈ ਮੁਕਾਬਲਾ ਨਹੀਂ ਹੈ। ਭਾਈ ਮਰਦਾਨਾ ਸਾਹਿਬ ਅੱਗੋਂ ਜਜ਼ਬਾਤੀ ਹੋ ਕੇ ਕਹਿਣ ਲੱਗੇ, ਮੈਂ ਆਪਣਾ ਪ੍ਰਸ਼ਾਦਾ ਵੀ ਰੱਖਿਆ, ਤੂੰ ਹੋਰ ਪ੍ਰਸ਼ਾਦਾ ਤਿਆਰ ਕਰ ਤੇ ਮੈਂ ਨਾਨਕ ਨੂੰ ਲੈਣ ਚੱਲਾਂ। ਤੇ ਤੇਰੇ ਨਾਲ ਵਾਅਦਾ ਕਰਦਾ, ਜੇ ਅੱਜ ਨਾਨਕ ਨੇ ਇਸ ਚੌਂਕੇ ਵਿੱਚ ਆ ਕੇ ਪ੍ਰਸ਼ਾਦਾ ਨਾ ਛਕਿਆ, ਮੇਰੀ ਤੇ ਨਾਨਕ ਦੀ ਯਾਰੀ ਵੀ ਟੁੱਟੀ ਸਮਝੀ। ਹੁਣ ਕਹਿ ਕੇ ਤੁਰਤਾ ਪਏ। ਜਦੋਂ ਜਜ਼ਬਾਤ ਥੋੜੇ ਜਿਹੇ ਦਿਮਾਗ ਤੋਂ ਉਤਰੇ ਤੇ ਸੋਚਦੇ ਹੋ, ਭਲਿਆ ਲੋਕਾਂ ਕੀ ਕਹਿ ਕੇ ਆ ਗਏ, ਕੀ ਕਹਿ ਕੇ ਆ ਗਏ। ਤੈਨੂੰ ਪਤਾ ਮੱਛੀ ਜਿਹੜੀ ਆ ਉਹ ਪਾਣੀ ਬਿਨਾ ਜੀ ਨਹੀਂ। ਜੇ ਮੇਰੀ ਤੇ ਉਹਦੀ ਯਾਰੀ ਟੁੱਟ ਵੀ ਗਈ, ਉਹਨੂੰ ਮਰਦਾਨਾ ਮਿਲ ਜਾਏਗਾ। ਇਸ ਕਰਕੇ ਮੈਂ ਆਪਣੀ ਯਾਰੀ ਉਹਦੇ ਨਾਲ ਕਿੱਦਾਂ ਤੋੜ ਦਿਆਂ? ਮੈਂ ਕਹਿ ਕੇ ਕੀ ਆ ਗਿਆ? ਹੁਣ ਸੋਚਦਾ, ਹੁਣ ਮੈਂ ਕਹਿ ਵੀ ਦਿੱਤਾ, ਹੁਣ ਮੈਂ ਬੋਲ ਵੀ ਦਿੱਤਾ, ਤੇ ਹੁਣ ਮੈਂ ਆਪਣੇ ਮਾਲਕ ਦੀ ਬਾਹ ਫੜ ਕੇ ਖਿੱਚਾਂਗਾ ਕਿੱਦਾਂ ਕਿ ਚੱਲ ਮੇਰੇ ਨਾਲ। ਹੈ ਤੇ ਉਹ ਮੇਰਾ ਮਾਲਕ ਹੀ ਹੈ ਨਾ, ਮੈਂ ਉਹਦਾ ਡੂਮ ਆ, ਮੈਂ ਉਹਦਾ ਨੌਕਰ ਆ, ਤੇ ਨੌਕਰ ਆਪਣੇ ਮਾਲਕਾਂ ਤੇ ਕਿੱਦਾਂ ਮਰਜ਼ੀ ਚਲਾਉਣ। ਉਹ ਸਾਈਆਂ ਮੈਂ ਕੀ ਕਹਿ ਬੈਠਿਆ। ਅੰਦਰੋਂ ਅੰਦਰੀ ਬੇਨਤੀਆਂ ਕਰਦੇ ਆ ਵੀ ਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰੀ, ਰਹਿਮ ਕਰੀ। ਮੈਂ ਤੈਨੂੰ ਸੱਚ ਕਹਿਣਾ, ਤੂੰ ਮੇਰੇ ਬਿਨਾਂ ਰਹਿ ਸਕਦਾ ਹੈ, ਮੈਨੂੰ ਨਹੀਂ ਪਤਾ, ਪਰ ਮੈਂ ਸੱਚ ਕਹਿਣਾ, ਮੈਂ ਤੇਰੇ ਬਿਨਾਂ ਬਿਲਕੁਲ ਨਹੀਂ ਰਹਿ ਸਕਦਾ। ਕਹਿੰਦੇ ਇਹਨੇ ਇਦਾਂ ਬੇਨਤੀਆਂ ਕਰਦੇ, ਇਦਾਂ ਭਾਵਨਾ ਚ ਆ ਕੇ ਤੁਰੇ ਜਾਂਦੇ ਆ। ਅੱਗੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਿਲ ਪਏ। ਇੱਕੋ ਦਮ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ, ਨਜ਼ਰ ਪਈ, ਹੱਥ ਜੋੜ ਕੇ ਕਹਿੰਦੇ, ਪਾਤਸ਼ਾਹ ਅੱਜ ਤੁਸੀਂ ਇਸ ਰਾਹ ਦੇ ਉੱਪਰ, ਗਰੀਬ ਨਿਵਾਜ ਇਹ ਤੁਹਾਡਾ ਰਾਹ ਹੀ ਨਹੀਂ, ਤੁਸੀਂ ਇਸ ਰਾਹ ਦੇ ਉੱਪਰ, ਮੈਂ ਆਉਣ ਹੀ ਲੱਗਾ ਸਾਂ, ਮੈਨੂੰ ਹੁਕਮ ਕਰੋ
ਕੀ ਕੰਮ ਪੈ ਗਿਆ, ਕੀ ਕਾਰਜ ਹੋ ਗਿਆ। ਮੈਂ ਤੁਹਾਡਾ ਗੋਲਾ, ਮੈਂ ਤੁਹਾਡਾ ਗੁਲਾਮ, ਮੈਂ ਤੁਹਾਡਾ ਮੁਰੀਦ, ਮੈਂ ਤੁਹਾਡਾ ਡੂਮਾ, ਮੈਨੂੰ ਹੁਕਮ ਕਰੋ ਤੁਸੀਂ ਇਸ ਪਾਸੇ ਕਿੱਦਾਂ ਆਏ। ਗੁਰੂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮਰਦਾਨੇ ਨੂੰ ਪਿਆਰ ਦੇ ਨਾਲ ਜਵਾਬ ਦਿੰਦੇ ਹੋਏ ਕਹਿਣ ਲੱਗੇ, ਮਰਦਾਨਿਆ ਭੁੱਖ ਬੜੀ ਲੱਗੀ ਹੈ ਤੇ ਮੈਂ ਸੋਚਿਆ ਅੱਜ ਦੁਪਹਿਰ ਦਾ ਪ੍ਰਸ਼ਾਦਾ ਤੇਰੇ ਘਰ ਛਕਣਾ। ਮੈਂ ਅੱਜ ਦੁਪਹਿਰ ਦਾ ਪ੍ਰਸ਼ਾਦਾ ਮੈਂ ਤੇਰੇ ਘਰ ਛਕਣਾ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਕੇ ਭਾਈ ਮਰਦਾਨਾ ਕਹਿੰਦਾ, ਮਹਾਰਾਜ ਇਹੋ ਮੈਨੂੰ ਆਸ ਸੀ, ਮੈਂ ਦੁਨੀਆ ਨੂੰ ਕਹਿਣ ਜੋਗਾ ਹੋ ਗਿਆ ਕਿ ਮੈਂ ਉਸ ਨੂੰ ਜ਼ਬਰਦਸਤੀ ਜ਼ੋਰ ਨਾਲ ਖਿੱਚ ਕੇ ਲੈ ਕੇ ਨਹੀਂ ਸੀ ਆਇਆ। ਉਹ ਦੁਨੀਆ ਦੇ ਲੋਕੋ ਇੱਥੋਂ ਤੱਕ ਮੈਂ ਉਹਨੂੰ ਜਾ ਕੇ ਕਿਹਾ ਵੀ ਨਹੀਂ ਸੀ। ਉਹਨੇ ਮੇਰੇ ਦਿਲ ਦੀ ਰਮਜ ਫੜੀ ਤੇ ਮੇਰੇ ਦਿਲ ਦੀ ਭਾਵਨਾ ਨੂੰ ਪੂਰੀ ਕਰਨ ਵਾਸਤੇ ਉਹ ਸਿੰਘਾਸਨਾਂ ਤੋਂ ਉੱਠ ਕੇ ਆਪ ਹੀ ਮੇਰੇ ਘਰ ਨੂੰ ਆ ਗਿਆ। ਜਿਨ੍ਹਾਂ ਦਾ ਪਿਆਰ ਸੱਚਾ ਗੁਰੂ ਦੇ ਨਾਲ, ਉਹ ਯਾਦ ਰੱਖਿਓ, ਜਾਮ ਗੁਰੂ ਹੋਏ ਵੱਲ ਧਨੇ ਕਿਆ ਗਰਵ ਦੀਜੈ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ। ਗੁਰੂ ਨਿਰੰਕਾਰ ਪਾਤਸ਼ਾਹ ਨੇ ਇੰਨੀ ਕੁ ਸੇਵਾ ਲਈ। 2-4 ਮਿੰਟ ਹੋਰ ਦਿਓ, ਬੈਠੋ ਆਪਾਂ ਸਿਮਰਨ ਕਰੀਏ, ਫਿਰ ਮਹਾਰਾਜ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਵਾਂਗੇ। ਮਹਾਰਾਜ ਸਾਹਿਬ ਦੇ ਚਰਨਾਂ 'ਚ ਆਪਾਂ ਫਤਿਹ ਬੁਲਾ ਕੇ ਉੱਠਾਂਗੇ। ਮੈਂ ਪਹਿਲਾਂ ਹੀ ਬੇਨਤੀ ਕਰਦਿਆਂ, ਜੋ ਤੁਸੀਂ ਮੈਨੂੰ ਵਿਸ਼ਾ ਦਿੱਤਾ ਸੀ ਉਹ ਮੈਂ ਪੂਰਾ ਨਹੀਂ ਕਰ ਸਕਿਆ। ਅਗਲੀ ਵਾਰ ਫੇਰ ਬੁਲਾ ਲਓ, ਸੁਣਾ ਦਿਆਂਗਾ, ਹਨਾ। ਅਗਲੀ ਵਾਰ ਫੇਰ ਸੱਦ ਲਓ ਤੇ ਫਿਰ ਆਪਾਂ ਉਹ ਸੁਣਾ ਦਿਆਂਗੇ ਜੋ ਤੁਸੀਂ ਆਖੋਗੇ। ਇਸ ਵਾਰੀ ਤੁਸੀਂ ਉਹ ਸੁਣਿਆ ਜੋ ਮੇਰੇ ਮਨ ਦੀ ਭਾਵਨਾ ਸੀ। ਆਓ ਆਪਾਂ ਰਲ ਮਿਲ ਕਰਕੇ ਮਹਾਰਾਜ ਸਾਹਿਬ ਦੇ ਚਰਨਾਂ ਦੀ ਹਾਜ਼ਰੀ ਲਵਾਈਏ। ਕੋਟਾਨਕੋਟ ਸ਼ੁਕਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ, ਪ੍ਰਤੱਖ ਹਾਜ਼ਰ ਹਜ਼ੂਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਇਸ ਸਥਾਨ ਦੇ ਮੇਰੇ ਪਿਆਰੇ ਵੀਰ ਹੈਡ ਗ੍ਰੰਥੀ ਸਾਹਿਬਾਨ ਜੀ ਦਾ, ਬੱਬੂ ਵੀਰ ਜੀ ਦਾ, ਜਿਨ੍ਹਾਂ ਨੇ ਹੁਕਮ ਲਾਇਆ, ਔਰ ਬੜੇ ਮੇਰੇ ਪਿਆਰ ਵਾਲੇ ਪਿਆਰੇ ਜਿਨ੍ਹਾਂ ਨੂੰ ਅਸੀਂ ਪਿਛਲੇ ਤਕਰੀਬਨ 2016 ਤੋਂ ਉਹਨਾਂ ਦੇ ਨਾਲ ਪਿਆਰ ਹੈ, ਅੰਬਾਲੇ ਦੇ ਵਿਸ਼ਾਲ ਫਰਨੀਚਰ ਵਾਲੇ ਮੇਰੇ ਵੀਰ ਮਨਪ੍ਰੀਤ ਸਿੰਘ ਓਬਰਾਏ, ਜਿਨ੍ਹਾਂ ਦੇ ਨਾਲ ਅੱਜ ਬੜੀਆਂ ਉਹਨਾਂ ਦੇ ਦੁਕਾਨ ਦੇ ਉੱਪਰ, ਸ਼ਾਪ ਦੇ ਉੱਪਰ ਬੈਠ ਕੇ ਜਲ ਪਾਣ ਗ੍ਰਹਿਣ ਕੀਤਾ। ਧੰਨਵਾਦ। ਸੋ ਸਾਰਿਆਂ ਦਾ ਧੰਨਵਾਦ ਹੈ। ਆਓ ਸਾਵਧਾਨ ਹੋਵੋ, ਚੌਕੜੇ ਮਾਰੋ, ਸਾਵਧਾਨ ਹੋਵੋ, ਨੇਤਰ ਮੁੰਦੋ, ਹੱਥ ਜੋੜੋ, ਔਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਪਣੀ ਜ਼ੁਬਾਨੋਂ ਆਖੋ, ਵਾਹਿਗੁਰੂ 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 ਵਾਹਿਗੁਰੂ। 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 ਵਿਸਰ ਨਾਹੀਂ ਦਾਤਾ, ਵਿਸਰ ਨਾਹੀਂ ਦਾਤਾਰ। ਜੁੜ ਜਾਓ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਪਾਉ ਤਰਲਾ ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਜੀ
ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਗੁਰੂ 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 ਆਖੋ ਸਤਨਾਮ ਸ਼੍ਰੀ ਸਤਿਗੁਰੂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਮੇਰਾ ਵਰਤਾਉਣ ਇਸੇ ਤਰੀਕੇ ਆਪਣੀਆਂ ਬਖਸ਼ਿਸ਼ਾਂ ਕਰਦੇ ਰਹਿਣ। ਭੁੱਲ ਚੁੱਕ ਦੀ ਖਿਮਾ, ਜਿੰਨਾ ਕਾਪ ਜੀ ਨੂੰ ਸੁਣ ਕੇ ਰਸ ਪ੍ਰਾਪਤ ਹੋਇਆ, ਆਨੰਦ ਪ੍ਰਾਪਤ ਹੋਇਆ, ਉਤਨੀ ਕੁ ਉੱਚੀ ਆਵਾਜ਼ ਦੇ ਵਿੱਚ ਮੈਨੂੰ ਅਸੀਸ ਬਖਸ਼ਦਿਆਂ ਫਤਿਹ ਦੀ ਸਾਂਝ ਮੇਰੇ ਨਾਲ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।